ਉਹ ਮਸੀਹ ਦਾ ਨਹੀਂ, ਉਹਨਾਂ ਨੇ ਨਬੀ ਦਾ ਵੀ ਹੈ ਕਿ ਮੈਂ ਨਬੀ ਜੀ ਹਾਂ। ਜੀ 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 ਉਹ ਨਬੂਵਤ ਦਾ ਵੀ ਦਾਵਾ ਕਰਦੇ ਗਏ, ਠੀਕ ਜੀ ਜੀ। ਉਹ ਉਹਨਾਂ ਨੇ ਕਹਿੰਦੇ ਕਿ ਮੈਂ ਨਬੀ ਹਾਂ। ਉਹਨਾਂ ਨੇ ਇਹ ਵੀ ਕਿਹਾ ਮਸੀਹ ਮਊਦ ਵੀ ਨੇ ਨਾ, ਹੂੰ ਯਾਨੀ ਕਿ ਉਹ ਹਜ਼ਰਤ ਈਸਾ ਹਾਂ ਦੀ ਮਸੀਹ ਸੈਕਿੰਡ ਕਮਿੰਗ। ਮੈਨੂੰ ਦੇਖੋ ਦੇਖੋ ਉਹ ਕਹਿੰਦੇ ਮੈਂ ਖਲੀਫਾ ਹਾਂ ਖੁਦਾ ਤਾਲਾ ਦਾ, ਠੀਕ ਹੈ ਜੀ। ਕਿ ਨਹੀਂ। ਜਿਹੜੇ ਹਜ਼ਰਤ ਮੀਨਿੰਗ ਹੈ ਕਿ ਤੁਹਾਨੂੰ ਕੁਰਾਨ ਦੀ ਸਮਝ ਹੋਣੀ ਚਾਹੀਦੀ ਹੈ। ਖੁਦਾ ਤਾਲਾ ਜਿਹੜਾ ਕਲਾਮ ਹੈ ਨਾ, ਪਹਿਲੇ ਖੁਦਾ ਨੂੰ ਸਮਝੋ ਕਿ ਖੁਦਾ ਕਿਸ ਤਰ੍ਹਾਂ ਹਮ ਕਲਾਮ ਹੁੰਦਾ ਲੋਕਾਂ ਨਾਲ, ਜੀ ਕਿਸ ਤਰ੍ਹਾਂ ਹਮ ਕਲਾਮ ਹੁੰਦਾ ਖੁਦਾ ਤਾਲਾ। ਵਹੀ ਦੇ ਥਰੂ। ਉਹ ਆਪਣੇ ਪਿਆਰੇ ਚੁੰਦਾ ਵਾ ਜ਼ਮੀਨ ਤੋਂ, ਜੀ ਬਿਲकुल ਇੰਝ ਹੀ ठीक ਹੈ ਨਾ। इंज ही है ਫਿਰ ਉਹਨਾਂ ਤੇ ਵਹੀ ਕਰਦਾ ਖੁਦਾ ਤਾਲਾ ਜ਼ਾਤ। जी ਵਹੀ ਤੇ ਉਹਨੇ ਸ਼ਾਇਦ ਹੀ ਮੱਕੀ ਤੇ ਵੀ ਕੀਤੀ ਸੀ, ਅਗਰ ਜੀ ਤੁਸੀਂ ਅਕਲ ਦੋਗੇ ਤਾਂ ਉਹਨੂੰ ਵੀ ਕਿਹਾ ਸੀ ਉੱਚੀ ਜਗ੍ਹਾ ਤੇ ਆਪਣੇ ਸ਼ਾਇਦ ਦੇ ਛੱਤੇ ਲਾ। ਗੱਲ ਹੈ ठीक ਕਿ ਵਹੀ ਦੇ ਵੀ ਬੜੇ ਰੁਤਬੇ ਹੈਗੇ, ਅਗਰ ਤੁਸੀਂ ਇਹਨਾਂ जी ਚੀਜ਼ਾਂ ਸਮਝੋ ਨਾ। जी ਵਹੀ ਉਹ ਕਰਦਾ ਇਨਸਾਨੀਅਤ ਵਾਸਤੇ, जी ਜਿਸ ਤਰ੍ਹਾਂ ਹਜ਼ਰਤ ਆਦਮ ਨੂੰ ਕੀਤੀ ਸੀ। जी ਤੇ ਅਗਰ ਤੁਸੀਂ ਕਹਿੰਦੇ ਹੋ ਕਿ ਹੁਣ ਅਸੀਂ ਇੰਨੇ ਪਾਇਆ ਤਕਮੀਲ ਤੱਕ ਪਹੁੰਚ ਗਏ ਕਿ ਸਾਨੂੰ ਹਰ ਚੀਜ਼ ਦਾ ਇਲਮ ਆ, ਸਾਨੂੰ ਖੁਦਾ ਤਾਲਾ ਦੀ ਲੋੜ ਹੀ ਨਹੀਂ। ਅਗਰ ਤੁਸੀਂ ਇਸ ਗੱਲ ਤੇ ਤਸਲੀਮ ਕਰਦੇ ਚਾਹਨ ਬਈ ਕਿ ਤੁਸੀਂ ਕਹਿੰਦੇ ਕਿ ਸਾਡਾ ਇਲਮ ਇੰਨਾ ਪਹੁੰਚ ਗਿਆ ਕਿ ਸਾਨੂੰ ਕਿਸੇ ਸ਼ੈ ਦੀ ਲੋੜ ਨਹੀਂ, ਸਾਨੂੰ ਹਰ ਚੀਜ਼ ਦਾ ਇਲਮ ਆ, ਤੇ ਫਿਰ ਅਸੀਂ ਮੰਨਦੇ ਕਿ ਖੁਦਾ ਤਾਲਾ ਨਬੀ ਨਹੀਂ ਭੇਜੇਗਾ। ਤੁਸੀਂ ਮੰਨਦੇ ਹੋ ਸ਼ੈ ਨੂੰ? मतलब अगर तुसी फरमा रहे हो कि नबी भेजणगे ते मैं कहना ठीक है, मैं चाहना कि मैं वो टेस्ट कर लिया जाए। तुसी कहंदे हो ना, ਹੁਣ ਤੁਸੀਂ ਕਹਿੰਦੇ ਹੋ ਨਾ ਨਬੀ ਆਣਗੇ, ਮੈਂ ਕਹਿੰਦਾ ਉਹ ਵੀ ਮੈਂ ਮੰਨਣ ਨੂੰ ਤਿਆਰ ਹਾਂ। ਨਹੀਂ ਮੰਨਣ ਨਹੀਂ, ਮੈਂ ਨਹੀਂ ਕਹਿ ਰਿਹਾ, ਖੁਦਾ ਕਹਿ ਰਿਹਾ। ਮੇਰੀ ਗੱਲ ਤਾਂ ਸੁਣ ਲਓ, ਇੱਕ ਗੱਲ ਖਤਮ ਕਰਨ ਦਿਓ ਮੈਨੂੰ। ਤੁਸੀਂ ਸਟੱਡੀ ਕਰਦੇ ਹੋ, ਕਲਾਸ 'ਚ ਜਾਂਦੇ ਹੋ, 1 2 3 4 5 ਪੜ੍ਹਦੇ ਹੋ, 10 ਪੜ੍ਹਦੇ ਹੋ ਤੁਸੀਂ, ਲੇਕਿਨ ਦੇਖੋ ਕਿ ਉਹ ਟੀਚਰ ਉੱਥੇ ਹੁੰਦੇ, ਟੀਚਰ ਹਾਜ਼ਰ ਹੁੰਦੇ ਹੈਗੇ, ਤੁਹਾਨੂੰ ਸਬਕ ਸਿਖਾਉਂਦੇ ਹੈਗੇ ਕਿ ਨਹੀਂ। ਉਹਨਾਂ ਬਗੈਰ ਤੇ ਤੁਸੀਂ ਕਲਾਸ ਦਾ ਕੋਈ ਹਾਲ ਨਹੀਂ ਹੈਗਾ। ਕੋਈ ਬੱਚਾ ਕਿੱਥੇ ਜਾ ਰਿਹਾ, ਕੋਈ ਬੱਚਾ ਕਿੱਥੇ ਜਾ ਰਿਹਾ, ਇੰਝ ਹੀ ਹੈ ਨਾ। ਬਿਖਰੀ ਹੋਈ ਕਲਾਸ ਹੈ ਇੱਕ। ਜੀ ਟੀਚਰ ਦਾ ਕੀ ਕੰਮ ਹੈ? ਉਸ ਕਲਾਸ ਨੂੰ ਜਮ੍ਹਾਂ ਕਰਨਾ, ਇੰਝ ਹੀ ਹੈ। ਜੀ ਉਸ ਕਲਾਸ ਨੂੰ ਇੱਕ ਰਸਤਾ ਵਿਖਾਣਾ, ਇੰਝ ਹੀ ਹੈ ਨਾ। ਬਿਲਕੁਲ। ਤੇ ਨਬੀ ਦਾ ਵੀ ਇਹੀ ਕੰਮ ਆ, ਹੋਰ ਨਬੀ ਦੀ ਕੋਈ ਹੈਸੀਅਤ ਨਹੀਂ, ਠੀਕ ਹੈ ਜਨਾਬ, ਕਿ ਨਹੀਂ। ਤੇ ਫਿਰ ਬਿਲਕੁਲ। ਜਦੋਂ ਕਿਆਮਤ ਤੱਕ ਖੁਦਾ ਤਾਲਾ ਨੇ ਮਹਿਫੂਜ਼ ਕਰ ਦਿੱਤਾ ਕੁਰਾਨ ਪਾਕ, ਤਾਂ ਲਾਜ਼ਮ ਹੈ ਉਹਦੇ ਤਾਬੇ ਉਹ ਨਬੀ ਭੇਜਦਾ ਰਹੇਗਾ, ਜਿਹੜੀ ਉਹਨਾਂ ਨੂੰ ਰਸਤਾ ਵਿਖਾਉਂਦਾ ਰਹੇਗਾ। ਇਹ ਲਾਜ਼ਮ ਗੱਲ ਹੈ, ਠੀਕ ਹੈ, ਕਿ ਨਹੀਂ। ਬਿਲਕੁਲ। ਕਿਉਂਕਿ ਨਹੀਂ ਤੇ ਬਿਖਰਦੇ ਫਿਰਦੇ ਨੇ ਉਹ। ਹੁਣ ਵੇਖ ਲਓ, ਕੋਈ ਘੋੜਾ ਕੱਢੀ ਜਾਂਦਾ, ਕੋਈ ਕੁਛ ਕਰੀ ਜਾਂਦਾ, ਕੋਈ ਕੁਛ ਕਰੀ ਜਾਂਦਾ, ਹਰ ਪਾਸੇ ਕੋਈ ਨਾ ਕੋਈ ਲੈ ਕੇ ਟੁਰ ਪੈਂਦਾ ਵਾ। ਇੰਝ ਗੱਲ ਹੈ ਕਿ ਨਹੀਂ, ਆਹੋ, ਕਿ ਨਹੀਂ। ਤੇ ਫਿਰ ਜਿਹੜੀ ਬਿਲਕੁਲ। ਖੁਦਾਈ ਜਮਾਤ ਹੁੰਦੀ ਆ, ਉਹ ਇੱਕ ਪਾਸੇ ਬੰਦਿਆਂ ਨੂੰ ਕਰਦੀ ਹੈ ਕਿ ਇਹ ਸਹੀ ਰਸਤਾ ਵਾ, ਕਿ ਨਹੀਂ ਚਾਂਦ ਬਈ। ਹੋਣਾ ਤਾਂ ਬਿਲਕੁਲ ਇਸੇ ਤਰ੍ਹਾਂ ਚਾਹੀਦਾ, ਮੈਂ ਮੰਨਣਾ ਤੁਹਾਡੀ ਗੱਲ। ਇਸ ਬਾਰੇ ਚਾਂਦ ਬਈ ਮੈਂ ਅਰਜ਼ ਕਰਨਾ ਕਿ ਠੀਕ ਹੈ, ਮਿਰਜ਼ਾ ਸਾਹਿਬ ਨੇ ਜਿਹੜੇ ਦਾਅਵੇ ਕੀਤੇ ਨੇ, ਮੈਂ ਉਹ ਟੈਸਟ ਕਰ ਲੈਣਾ ਚਾਹੁੰਦਾ ਕਿ ਵਾਕਈ ਉਹ ਮਸੀਹ ਮਊਦ ਹਜ਼ਰਤ ਈਸਾ ਦੀ ਸੈਕਿੰਡ ਕਮਿੰਗ ਨੇ, ਉਹ ਨਬੀ ਹਨ, ਉਹ ਜਿਹੜਾ ਮਤਲਬ ਆਣਾ ਹੈ ਕਿ ਮਹਿਦੀ ਨੇ, ਉਹ ਮੈਂ ਸਾਰਾ ਉਹ ਸ਼ਈਆਂ ਟੈਸਟ ਕਰਨਾ ਚਾਹੁੰਦਾ ਜਨਾਬ। ਅੱਛਾ, ਕਿਸ ਤਰ੍ਹਾਂ? ਤੁਸੀਂ ਕੋਈ ਵਜ਼ਾਹਤ ਕਰੋ ਜ਼ਰਾ ਖੁੱਲ ਕੇ। ਜੀ ਜੀ ਜੀ, ਮੈਂ ਇਸ ਵਾਸਤੇ ਨਾ ਮਿਰਜ਼ਾ ਸਾਹਿਬ ਦਾ ਮਮਨੂਨ ਆ ਕਿ ਉਹਨਾਂ ਨੇ ਆਪ ਫਰਮਾ ਦਿੱਤਾ ਕਿ ਕਿਸੇ ਵੀ ਬੰਦੇ ਨੇ ਨਾ ਮੇਰੇ ਵਾਸਤੇ ਜੋ ਕੁਝ ਵੀ ਕਰਨਾ ਨਾ, ਮੇਰੀ ਕਿਤਾਬਾਂ ਤੋਂ ਮੈਨੂੰ ਸੱਚਾ ਝੂਠਾ ਸਾਬਿਤ ਕਰੇ। ਇਹ ਉਹਨਾਂ ਦਾ ਮੈਂ ਮਮਨੂਨ ਆ। ਸੱਚੇ ਬੰਦੇ ਸਨ, ਬੰਦਾ ਉਹਨਾਂ ਦੀ ਰਿਸਪੈਕਟ ਕਰਦਾ। ਮਿਰਜ਼ਾ ਸਾਹਿਬ ਨੇ ਆਪਣਾ ਮਿਸ਼ਨ ਦੱਸਿਆ ਸੀ, ਜਿਸ ਤਰ੍ਹਾਂ ਇੱਕ ਕੰਪਨੀ ਦੀ ਸਟੇਟਮੈਂਟ ਹੁੰਦੀ ਹੈ ਨਾ, ਇਸ ਤਰ੍ਹਾਂ ਮਿਰਜ਼ਾ ਸਾਹਿਬ ਨੇ ਵੀ ਆਪਣੀ ਇੱਕ ਮਿਸ਼ਨ ਦੱਸਿਆ ਸੀ ਕਿ ਮੈਂ ਆਇਆ ਕਿਉਂ। ਉਹਨਾਂ ਨੇ ਉਹਦਾ ਨਾਂ ਰੱਖਿਆ ਸੀ ਮੇਰਾ ਮੇਨ ਗੋਲ। ਤੇ ਉਹ ਬਹੁਤ ਅੱਛੀ ਲੈਂਗੁਏਜ ਇਸਤੇਮਾਲ ਕਰਦੇ ਸਨ। ਉਹਨਾਂ ਨੇ ਲਫ਼ਜ਼ ਯੂਜ਼ ਕੀਤਾ ਇਲਤ ਗਾਈ। ਤੁਸੀਂ ਨਾ ਇਹ ਕਦੀ ਰੈਫਰੈਂਸ ਸੁਣਿਆ ਹੋਇਆ? ਮੈਨੂੰ ਬਿਆਨ ਕਰੋ, ਮੈਂ ਸੁਣਨਾ ਚਾਹਤਾ। ਅੱਛਾ ਜੀ, अच्छा जी। मिर्ज़ा साहब ने फरमाया कि मेरा इल्लत गाई, मेन गोल जो है, वो फरमा रहे था ना, एक उन्होंने ख़त लिखा सी, मिर्ज़ा साहब का ख़त है, मेरा काम जिसके लिए मैं मैदान में खड़ा हूँ यही है कि मैं ईसा परस्ती के सतून को तोड़ दूँ और बजाय ईसा परस्ती के तौहीद को फैलाऊँ। कितनी खूबसूरत गल की है। बस अगर मुझसे करोड़ हाँ निशान भी ज़ाहिर हों और ये इल्लत गाई मेन गोल ज़हूर में ना आवे तो मैं झूठा हूँ।
یعنی مرزا صاحب نے حال تک فرمایا کہ اگر میں عیسیٰ پرستی نو نہیں ختم کیتا. شان جی بھائی جی جی ایک چھوٹا سا سوال تھا. آپ نے یہ جو حوالہ پیش کیا کہ حضور نے فرمایا کہ میری کتابوں سے مجھے غلط ثابت کریں, آپ نے حوالہ پڑھا ہوگا؟ جی سر, جی سر. تو آپ کو یہ پتا ہوگا کہ وہاں پہ حضور نے اپنی کتابیں کیا بیان فرمائی ہیں؟ ویسے روشنی پانا سر مینوں نہیں ہے پتا, میں جتنے میری غلطی جہاں ہوئے گی تک میں میرا ایڈمٹ قیاس ہے کروں. حضور نے اپنی کتابیں جو ہیں وہ قرآن, بخاری, مسلم بیان فرمائی ہیں وہاں پہ. ٹھیک ہے, آپ دوبارہ چیک کر لیجیے گا یہ حوالہ. یہ میں چیک کر لوں گا جناب. جی ٹھیک ہے سر, میں جی چیک کر لوں گا. آپ بھائی جاری رکھیں دونوں بھائی, بات نہ جاری. جی 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 ایک منٹ شان بھائی, میں ایک چھوٹی سی ریکویسٹ کرتا ہوں آپ سے. جی فیور وہ یہ ہے کہ مرزا صاحب کی جب بھی کتاب آپ پڑھیں نا, یہ 2 جی لائنیں پڑھنے سے پہلے نا جی اس کتاب کے سٹارٹ میں اس کا پس منظر دیا ہوتا ہے کہ یہ میں کتاب کس غرض کے لیے لکھ رہا ہوں. ਫੇਵਰਟ ਭਾਈ ਹਲੇ ਤੋਂ ਗੱਲ ਛੱਡ ਦੋ. ਮੈਂ ਇੱਕ نہیں چھੱਡ ਦਿੱਤੇ, ਮੈਂ ਸਿਰਫ ਉਹਨਾਂ ਨੂੰ ਛੋਟੀ ਜਿਹੀ ਗੱਲ ਕਰਨੀ, ਬਸ ਇਤਨੀ ਜਿਹੜੇ ਕਰਨੀ ਸੀ. ਕੁਰਾਨ ਤੇ ਜਿਹੜੇ ਹੈਗੇ ਦੂਸਰੇ ਕੀ ਨਾਮ ਹੈ ਈਸਾਈ ਤੇ ਯਹੂਦੀ ਜਿਹੜੇ ਇਤਰਾਜ਼ ਕਰਦੇ ਹਲੇ ਤਾਂ ਮੈਂ ਖੋਲੇ ਨਹੀਂ. ایک منٹ ذرا نا, ਉਹ ਮੈਨੂੰ ਸਮਝ ਲੱਗੀ ਤੁਸੀਂ ਕਿਸ شکر ہے بھائی, ذرا ایک منٹ. واسے صاحب کچھ اپنے دوست جڑے نا اس قسم دے کامنٹ کر رہے ہیں جڑے پھر نا اگلے نو موقع دین گے کہ وہ پھر مطلب غلط زبان استعمال کرن. میں کہہ رہا ہوں کہ شان بھائی اگر تسی گستاخ یار ایک منٹ شکر ہے بھائی, میں واسے بھائی سے بات کر رہا ہوں ہوش سے. اوکے جی. تو اپنے بھائیوں کو ذرا یہ ہدایت کریں کہ ایسا کامنٹ نہ کریں جو پلٹ کے ہماری جولی میں گرے, اور ہماری میں نہیں, ہمارے بزرگوں اور ہماری جماعت پہ. تو پھر یہ چیز جو ہے نا, پھر یہ نہ کہا کریں کہ گستاخ ہیں یا یہ وہ ہیں. اب جب آپ کسی کو سور, بندر اور اس طرح کے ورڈ یوز کریں گے تو بدلے میں آپ کو کچھ نہیں کہے گا, کیونکہ آپ تو ایک ٹیکسی ڈرائیور ہیں, ایک برتن کلینر ہیں, وہ آپ ہمارے بزرگوں پہ وہی الفاظ لوٹائے گا, پھر ہمیں بہت پین ہوگی. جی میاں جی, بات یہ ہے کہ نیچے کوئی بھی ہمارا یا اوپر کوئی بھی بچہ نہیں بیٹھا, سب کو اس چیز کا پتا ہے کہ جو کرنا وہ بھرنا ہے. ہاں نہیں, وہ بھرنا تو پھر میں پڑھتا نا آپ جیسے, ہم جیسے لوگوں کو, کیونکہ پھر یہ فتوے دیتے. ایک منٹ میری بات سنیں. پھر یہ فتوے آتے ہیں جی, یہ لوگ ہیں جو گستاخوں کو بٹاتے ہیں. بھائی گستاخ تم خود بناتے ہو اپنی قلم سے, اپنے گفتگو کے انداز سے, تو پھر ہم پہ کیوں کہتے ہو؟ جی خیر ہے, دفعہ کریں چھوڑیں یار. کوئی بھی ایسا کمنٹ نہ کریا کرو جہدے تو اگلے بندے نو جڑا تکلیف ہوے, کیونکہ انہیں پھر سانو کچھ نہیں آکھنا, انہیں ساڈے بزرگاں دی گل کرنی ہے. کمنٹ کری جا رہے ہو, اپنے ٹھیک ہے, بندوں انہیں کمنٹ میوٹ کرنا, دوسرے کمنٹ نہ کرنا. نہیں چھੱਡ ਦਿਓ خیر ہے, جنہیں بھی ਕੀਤਾ فکر بھائی خیر ہے. گل یہ وے کہ جدوں ਅਸੀਂ ਕਿਸੇ ਨੂੰ ਗੱਲ ਕਰਨੀ ਹੈ ਨਾ, ਉਹ ਮੇਰਾ ਭਾਈ ਹੈ, ਜਦੋਂ ਅਸੀਂ ਕਿਸੇ ਨੂੰ ਗੱਲ ਕਰਨੀ ਹੈ ਫਿਰ ਉਹਨੇ ਸਾਡੇ ਬਜ਼ੁਰਗਾਂ ਦੀ ਗੱਲ ਕਰਨੀ, ਸਾਡੀ ਕੋਈ ਔਕਾਤ ਨਹੀਂ, ਉਹ ਯਾਰ ਉਹਨੇ ਸਾਨੂੰ ਨਹੀਂ ਜਵਾਬ ਦੇਣਾ. ਨਹੀਂ ਕਰ ਰਿਹਾ ਮੈਂ, ਬਾਬਾ ਜੀ ਜਰਮਨੀ ਨੂੰ ਗੱਲ ਕਰੇ, ਮੇਰਾ ਵੱਡਾ ਭਾਈ ਹੈਗਾ. ਯਾਰ ਬਾਬਾ ਜੀ ਗੱਲ ਇਹ ਵੇ ਕਿ ਉਹ ਜਿਹੜਾ ਕਮੈਂਟ ਕਰਦਾ ਨਾ, ਉਹ ਉਹਦੀ ਤਰਬੀਅਤ ਹੈ. ਉਹਨੂੰ ਮੈਂ ਨਾਲ ਨਾਲ ਜਵਾਬ ਦੇ ਰਿਹਾ ਹੈਗਾ ਸਹੀ ਤਰੀਕੇ ਨਾਲ. ਖੈਰ ਮੀਆਂ ਸਾਹਿਬ ਤੁਸੀਂ ਮੋਡਰੇਟਰ ਹੈ ਜੇ, ਤੁਸੀਂ ਜਿਹੜਾ ਪੁੱਠਾ ਕਮੈਂਟ ਕਰਦਾ ਉਹਨੂੰ ਡਿਲੀਟ ਮਾਰੀ ਜਾਓਗੇ. ਖੈਰ ਨਹੀਂ, ਉਹ ਸ਼ਿਕਾਇਤ ਕਰ ਰਹੇ ਨਾ ਕਿ ਆਪਣੇ ਬੰਦਿਆਂ ਦੇ ਕਮੈਂਟ ਮਿਊਟ ਕਰ ਰਿਹਾ. ਮੈਂ ਆਪਣੇ ਬੰਦਿਆਂ ਦੇ ਉਹ ਕਮੈਂਟ ਮਿਊਟ ਕਰ ਰਿਹਾ ਜਿੱਥੇ ਹਮਲਾ ਸਾਡੇ. ਮਿਊਟ, ਮੈਂ ਤੁਹਾਡੀਆਂ ਗੱਲਾਂ ਸੁਣਨੀਆਂ, ਤੁਸੀਂ ਆਰਾਮ ਨਾਲ ਦੇਖੋ ਬਾਬਾ ਜੀ, ਆਪਣੇ ਬੰਦਿਆਂ ਦੇ ਕਮੈਂਟ ਮੈਂ ਮਿਊਟ ਕਰ ਦਿੰਦਾ ਹੁੰਦਾ. فکر بھائی معذرت کے ساتھ تانوں اس سیاست دا نہیں پتا ہے گا. نہیں احمد بھائی, بات یہ ہے کہ اگلے بندے نے اپنی تربیت کے لحاظ سے کمنٹ کرنا, ٹھیک ہے. ہم جو ہیں یا تو آپ کو میں مڈریٹر بنا دیتا ہوں, آپ جو بندہ اس طرح کمنٹ کرے اسے آپ 1 منٹ کے لیے میوٹ کر دیے. اور ابھی تک یہ الفاظ کسی نے نہیں لکھے, کسی غیر جماعت بندے نے کوئی ایسا لفظ نہیں لکھا. میں پڑھ رہا ہوں سارے. بابا جی میں تمہیں بھی مڈریٹر بنا رہا ہوں, جہاں کوئی کمنٹ کرے جہاں تمہیں غلط لگتا انہوں تسی 1 منٹ واسطے میوٹ کر دو, باقی انہوں اسے ਉਹਦੀ ਜ਼ਬਾਨ ਦੇ ਵਿੱਚ ਜਵਾਬ ਦੇਣ ਦਾ ਫਾਇਦਾ ਨਹੀਂ ਹੈ, ਠੀਕ ਹੈ. ਉਹਨੂੰ ਉਹਦੀ ਜ਼ਬਾਨ ਦੇ ਵਿੱਚ ਜਵਾਬ ਦੇਣ ਦਾ ਫਾਇਦਾ ਨਹੀਂ ਹੈ. ਉਹ ਤੁਹਾਨੂੰ ਲੱਗਦਾ ਵੇ ਕਿ ਉਹਨੇ ਗਲਤ ਕਮੈਂਟ ਕੀਤਾ ਵੇ, ਤੁਸੀਂ ਉਹਨੂੰ ਜਿਹੜਾ ਵੇ ਨਾ ਉਹ 30 ਸਕਿੰਟ ਵਾਸਤੇ 1 ਮਿੰਟ ਵਾਸਤੇ ਮਿਊਟ ਕਰ ਦਿਓ, ਠੀਕ ਹੈ. ਬਾਕੀ ਉਹਦੀ ਜ਼ਬਾਨ ਦੇ ਵਿੱਚ ਗੱਲ ਕਰਨ ਦਾ ਫਾਇਦਾ ਨਹੀਂ. ਚਲੋ ਮੀਆਂ ਜੀ ਮਾਂ ਨਾਲ ਗੱਲ ਅੱਗੇ ਕਰਨ ਦਿੰਦੇ ਆ ਭਰਾਵਾਂ ਨੂੰ. جی ٹھیک ہے جی جی میں عرض کر سکنا. جی جی کرو, شروع کرو اپنی. مرزا صاحب ਦਾ ਇੱਕ ਜ਼ਿੰਦਗੀ ਦਾ ਮਿਸ਼ਨ ਸੀ ਤੇ ਉਹਨਾਂ ਨੇ ਉਹ ਆਪ ਫਰਮਾ ਦਿੱਤਾ ਹੈ ਕਿ ਮੇਰਾ ਇਲਤ ਗਾਈ ਹੈ ਵੇ. ਥੋੜਾ ਜਿਹਾ ਮੈਂ ਦੁਬਾਰਾ ਤੋਂ ਕਰ ਦੇਣਾ ਕਿਉਂਕਿ ਗੱਲ ذرا کھلر گئی تھی. میں عیسیٰ پرستی کے ستون کو توڑ دوں اور بجائے عیسیٰ پرستی کے توحید کو پھیلاؤں. بہت خوبصورت انہوں نے فرمایا. پس اگر مجھ سے کروڑا نشان بھی ظاہر ہوں اور یہ علت غائی
میں ترجمہ کر رہے ہیں، مین گول ظہور میں نہ آوے تو میں جھوٹا ہوں، اگر ایسا کچھ نہ ہوا اور میں مر گیا تو سب گواہ رہیں کہ میں جھوٹا ہوں۔ مرزا صاحب نے ایک بڑے ٹھوس شخصیت دے مالک سن، انہوں نے دسیا اپنا مشن کہ میں عیسیٰ پرستی نو توڑن واسطے آیا تے میری زندگی اگر اینا ہی ختم ہوئی تے میرا مشن نہیں کمپلیٹ ہویا۔ تے میں وہی تانوں عرض کر رہا کہ پلیز میری مدد فرماؤ۔ مرزا صاحب نے انہاں دی تے اپنی زندگی کنے بندے عیسائی تو مسلمان ہوئے سن، صرف 2 بندے ملتے ہیں، نہیں مینوں ایک گل دسو، نبی پاک صلی اللہ علیہ وسلم جدوں مسٹر ویب تے مسٹر رچرڈ، 2 بندے نے عیسائی جڑے عیسائی چھڑ کے مسلمان ہوئے۔ ایک گل دسو کہ قرآن پاک کہڑی زبان وچ آیا سی؟ عربی وچ۔ تے جڑے مکہ والے سی جنہاں تے آیا سارا قرآن پاک، وہ جاندے سی اس زبان نو؟ جی ہے جی، مکہ دے لوگ جانتے سن، مطلب انہاں دی مادری زبان سی، سارے مان لائے سی اس قرآن کو؟ لیکن حضور صلی اللہ علیہ وسلم، میں دیکھو صرف میری اچھا گل جی، ٹھیک ہے جی، ٹھیک ہے دیکھو، جی، میں ہوں تہاڈا ایک سوال، میں ہوں تے ہن آیا، میں باتھ روم گیا سی، ٹھیک ہے جناب۔ سوال سننا، لیکن میں نے دسو قرآن پاک جدوں آیا وا وہ سارے تے نہیں مان لے کے آئے سی کہ سارے لائے سی؟ پورا مکہ تے نہیں مان لایا سی؟ نہیں لے کے آئے سی، تو پھر دیکھو، پھر اس گل نو سمجھیا کرو۔ لیکن حضور صلی اللہ علیہ وسلم اپنی زندگی وچ فتح مکہ بھی ہوئی، ٹھیک ہے، پورا تسی ویکھ سکتے ہو کہ تمام شیاں کمپلیٹ ہوئیاں سن کہ نہیں، شان بھائی خطبہ حجت الوداع بھی سی، میں او دی گل نہیں کر رہا، وہ تو بہت بعد دی گل ہے۔ ہن دیکھو نا، ٹھیک ہے جی، ٹھیک ہے جی، اسی اگر اسٹک ٹو دی پوائنٹ رہیے، ٹھیک ہے، ٹھیک ہے جی، تسی کہنا حضرت مسیح موعود نے کنے 2 بندے تسی دسے نا کہ مان جی لائے، کی نام دسیا انہاں دا؟ ایک دا جناب مسٹر ویبسن تے دوسرے مسٹر رچرڈ سن، اے حسینی بھائی نے مینوں پچھلے دنوں دسیا سی، مینوں نہیں پتا سی۔ مطلب تہاڈے نزدیک وہی ہے نا؟ جی 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 وہ دیکھو کہ جڑا وقت دا نبی آیا سی، عالی شان نبی سی کہ جی نہیں؟ جی 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 جہدے واسطے پوری کائنات اسی سارے منتے کہ بنی ہے، ہیں جی نا؟ ہیں جی گل جی منتے پہ؟ جی تو اس جی نبی جی نے جڑا قرآن آیا سی اودے تے کنے بندے اودے تے ایمان لے کے آئے؟ بادشاہ مطلب اسی اسپاٹ تے تسی دس رہے ہو جدوں انہوں نے یعنی باسط شریف ہوئی ہے 40 سال دی عمر وچ، اس دی گل جی اجازت ہو تو میں بھی کچھ عرض کر دوں؟ میں میوٹ لا لینا سر جی، حکم کرو۔ السلام علیکم سارے بھائیوں کو۔ فکرے بھائی، یہاں حضرت مسیح موعود علیہ السلام کا کہنے کا مقصد یہ ہے، جیسے بھائی بھی کہہ رہے ہیں کہ اسلام جب آیا تھا تو برانڈ نیو ریلیجن تھا، اس کو پھیلنے میں بھی ٹائم لگا، اور آن وسلم کی زندگی کا جو مقصد تھا وہ یہ تھا لوگوں کو وحدانیت کے اوپر لے کے آئے، ایک خدا کے اوپر، اور لوگ آئے لیکن سارا عرب مسلمان نہیں تھا ہوا۔ حضرت مسیح موعود علیہ السلام کا یہ جو دعویٰ ہے کہ میری زندگی میں جو ہے میں اس صلیب کو توڑوں اور لوگوں کو واپس خدا کی طرف لے کے آؤں، تو اگر آپ حالات دیکھیں اس ٹائم عیسائیت کا کتنا زور تھا پوری دنیا میں اور ہندوستان میں، اور حضرت مسیح موعود علیہ السلام ایک واحد بندے تھے اس وقت جو اسلام کا پرچم لے کے کھڑے ہوئے اور اسلام کا دفاع کیا، اور ان کی وفات تک عیسائیت کے پول جتنے بھی تھے وہ سارے کھل چکے ہوئے تھے باقی امت مسلمہ کے اوپر۔ انہوں نے مانا حضرت مسیح موعود کو کہ نہیں مانا وہ الگ بات ہے، ہر ایک کا ایک اپنا وہ ڈیڑھی ان کی مسجد بنی ہوئی تھی، اسلام سے ان کا کوئی ایسا سچا نہیں تھا تعلق، لیکن اس زمانے کے بھی جو اسلامی علماء تھے انہوں نے حضرت مسیح موعود علیہ السلام کی تعریف کی اور ان کی کوششوں کو اسلام کی بقا کے لیے سراہا۔ یہ مقصد تھا حضرت مسیح موعود کا کہ میری زندگی میں عیسائیت کو توڑوں گا، کہ انہوں نے عیسائیت کا زور توڑا، ہندوستان میں بھی توڑا اور باقی دنیا میں بھی اسلام کو پھیلایا۔ میرا کہنے کا مقصد صرف اتنا ہی تھا۔ جزاک اللہ۔
ਜੀ ਹੈਪੀ ਭਾਈ ਨੇ ਮਤਲਬ ਇੱਕ ਜਨਰਲ ਸਟੇਟਮੈਂਟ ਦਿੱਤੀ ਹੈ, ਲੇਕਿਨ ਉਸ ਵਿੱਚ ਮਿਰਜ਼ਾ ਸਾਹਿਬ ਦਾ ਨਹੀਂ ਮਿਸ਼ਨ ਉਹ ਤੇ ਭਾਈ ਦੀ ਕੰਪਲੀਟ ਤੇ ਨਹੀਂ ਹੋਇਆ ਨਾ ਸਰ। ਜਿਹੜੀ ਤੁਸੀਂ ਗੱਲ ਕਰ ਰਹੇ ਨਾ ਸ਼ਾਨ ਭਾਈ, ਉਹ ਬਿਲਕੁਲ ਡਿਫਰੈਂਟ ਹੈਗੀ। ਮੈਂ ਇੱਕ ਛੋਟੀ ਜਿਹੀ ਗੱਲ ਕਰ ਸਕਦਾ? ਦੇਖੋ ਹਜ਼ੂਰ ਦੀ ਸ਼ਾਨ ਭਾਈ, ਬਾਤ ਪਹਿਲੇ ਹਜ਼ੂਰ ਸ਼ਾਨ ਭਾਈ ਤੁਸੀਂ ਪਹਿਲੇ ਸਟਿਕ ਟੂ ਦੀ ਪੁਆਇੰਟ ਰਹੋ। ਤੁਸੀਂ ਪਹਿਲੇ ਗੱਲ ਕੀਤੀ ਕਿ ਜਦੋਂ ਹਜ਼ਰਤ ਮਸੀਹ ਮੌਦ ਨੇ ਆਏ ਹੈਗੇ, ਸਿਰਫ 2 ਬੰਦਿਆਂ ਨੇ ਬੈਤ ਕੀਤੀ ਤੁਹਾਡੇ ਨਜ਼ਦੀਕ, ਤੁਹਾਡੇ ਇਲਮ ਦੇ ਨਜ਼ਦੀਕ, ਇਹੀ ਕਹਿ ਸਕਦਾ ਮੈਂ ਸ਼ਾਨ ਭਾਈ, ਇਸ ਤਰ੍ਹਾਂ ਹੀ ਹੈ। ਇਸ ਤਰ੍ਹਾਂ ਹੀ ਹੈ, ਬਹੁਤ ਅੱਛੇ। ਹਾਂ, ਤੇ ਮੈਂ ਤੁਹਾਨੂੰ ਸਿੰਪਲ ਜਿਹਾ ਜਵਾਬ ਦਿੱਤਾ ਹੈ ਕਿ ਜਦੋਂ ਨਬੀ ਪਾਕ ਸੱਲਮ ਆਏ ਸੀ ਮੱਕਾ ਤੇ ਸਾਰਿਆਂ ਨੇ ਤਾਂ ਬੈਤ ਨਹੀਂ ਕੀਤੀ ਸੀ ਨਬੀ ਪਾਕ ਸੱਲਮ ਦੀ, ਉਹਨਾਂ ਦੇ ਘਰ ਦੇ ਵੀ ਸਾਰੇ ਆਪਣੇ ਮੁਖਾਲਫ ਹੋ ਗਏ ਸੀ। ਇੰਜੀ ਸ਼ਾਨ ਭਾਈ ਕਿ ਨਹੀਂ? ਬਿਲਕੁਲ ਇੰਜੀ ਹੈ। ਹਾਂ, ਤੇ ਫਿਰ ਤੁਹਾਡੀ ਜੀ ਗੱਲ ਦਾ ਜਵਾਬ ਮਿਲ ਗਿਆ ਤੁਹਾਨੂੰ? ਨਹੀਂ, ਹਲੇ ਵੀ ਨਹੀਂ ਮਿਲਿਆ। ਹੁਕਮ ਮੈਂ ਅਰਜ਼ ਕਰਨਾ ਕਿਸ ਤਰ੍ਹਾਂ, ਹਜ਼ੂਰ ਸੱਲੱਲਾਹੁ अलैहि वसल्लम ਬਾਸਤ ਤੋਂ ਲੈ ਕੇ ਇਸ ਦੁਨੀਆ ਤੇ ਪਰਦਾ ਫਰਮਾਨ ਤੱਕ 23 ਸਾਲ ਰਹੇ। ਸ਼ੁਰੂ ਵਿੱਚ ਘਰ ਦੇ ਬੰਦੇ ਵੀ ਨਹੀਂ ਮੰਨ ਲੈਂਦੇ ਸਨ। ਉਹਨੇ ਉਹ ਯਾਰ, ਇਹ ਤਾਂ ਮੀਆਂ ਸਾਹਿਬ ਤੁਹਾਡੇ ਨਾਲ ਜੇ ਗੱਲ ਕਰਨ ਤੇ ਅੱਛਾ ਲੱਗਦਾ ਵਾ, ਕਿਉਂਕਿ ਤੁਸੀਂ ਇਹ ਗੱਲ ਤੋਂ ਨੱਸ ਕੇ ਕਦੀ ਇਹ ਸਪੀਂਗ ਤੇ ਬਾਈ ਹੁੰਦੇ, ਕਦੀ ਉਹ ਸਪੀਂਗ ਤੇ ਬਾਈ ਹੁੰਦੇ ਯਾਰ। ਨਹੀਂ ਫੁਕਰਾ ਸਾਹਿਬ, ਤੁਸੀਂ ਆਪ ਕਿਹਾ ਸੀ ਹਜ਼ੂਰ ਦੀ ਬਾਸਤ ਦੇ ਬਾਰੇ, ਤੇ ਮੈਂ ਉਹ ਗੱਲ ਕਰ ਰਿਹਾ ਅਗਲੀ ਗੱਲ ਦੱਸੋ ਜੀ। ਤੇ ਉਹ 23 ਸਾਲ ਵਿੱਚ ਹਜ਼ੂਰ ਦਾ ਜਿਹੜਾ ਮਿਸ਼ਨ ਸੀ ਇਸਲਾਮ ਫੈਲਾਣਾ, ਤੇ ਵੇਖੋ ਉਹ ਕੰਪਲੀਟ ਹੋਇਆ ਖੁਤਬਾ ਹੁਜਤੁਲ ਵਿਦਾ ਦੇ ਦਿਨ, ਜਦੋਂ ਉਹਨਾਂ ਨੇ ਸਭ ਤੋਂ ਪੁੱਛਿਆ ਕਿ ਕੀ ਮੈਂ ਪੈਗਾਮ ਪਹੁੰਚਾ ਦਿੱਤਾ। 3 ਵਾਰੀ ਤਮਾਮ ਮੁਸਲਮਾਨ ਲੱਖ ਤੋਂ ਉੱਤੇ ਸਹਾਬਾ ਕਰਾਮ ਸਨ ਉੱਥੇ। ਨਹੀਂ, ਮੈਂ ਹੁਣ ਤੁਸੀਂ ਸ਼ਾਨ ਭਾਈ ਗੱਲ, ਮੈਂ ਛੋਟਾ ਜਿਹਾ ਅਰਜ਼ ਕਰ ਲਿਆ, ਮੈਂ ਉਹੀ ਫਿਰ ਮਿਰਜ਼ਾ ਸਾਹਿਬ ਤੇ ਆ ਜਾਵਾਂਗੇ। ਸ਼ਾਨ ਭਾਈ ਦੇਖੋ, ਆਪਣੀ ਗੱਲਾਂ ਤੇ ਪੱਕਾ ਰਹੋ। ਤੁਸੀਂ ਕਿਹਾ ਕਿ ਨਬੀ ਪਾਕ ਸੱਲਮ ਨੇ ਸਭ ਕੋਲੋਂ ਪੁੱਛਿਆ ਕਿ ਮੈਂ ਸਾਰਾ ਜਿਹੜਾ ਪੈਗਾਮ ਪਹੁੰਚਾ ਛੜਿਆ, ਇਹ ਮੈਨੂੰ ਕੁਰਾਨ ਤੋਂ ਵਿਖਾਓ ਕਿ ਕਿੱਥੇ ਗਿਆ ਨਬੀ ਪਾਕ ਸੱਲਮ। ਸਰ ਜੀ ਖੁਤਬਾ ਹੁਜਤੁਲ ਵਿਦਾ ਹੀ ਤੇ ਚੈਨਲ, ਫਿਰ ਦੱਸੋ ਨਾ ਮੈਨੂੰ, ਹੁਣ ਕੱਢ ਕੇ ਵਿਖਾਓ ਮੈਨੂੰ, ਕੋਈ ਸਿਆਤ ਕੱਢ ਕੇ ਵਿਖਾਓ ਕਿ ਨਬੀ ਪਾਕ ਸੱਲਮ ਲੋਕਾਂ ਕੋਲੋਂ ਪੁੱਛ ਰਹੇ ਆ ਕਿ ਮੈਂ ਤੁਹਾਨੂੰ ਸਾਰਾ ਪੈਗਾਮ ਪਹੁੰਚਾਇਆ ਕਿ ਨਹੀਂ ਪਹੁੰਚਾਇਆ। ਅੱਛਾ ਠੀਕ ਹੈ, ਮੈਂ ਇਹ ਤੁਹਾਨੂੰ ਮੈਂ ਰੈਫਰੈਂਸ ਮੇਰੇ ਤੇ ਉਧਾਰ ਹੋ ਗਿਆ, ਮੈਂ ਹੁਣੇ ਇਹ ਜਾਣ ਤੋਂ ਪਹਿਲੇ ਦੇ ਕੇ ਜਾਵਾਂ। भाई अगर 1 मिनट दो तो ਫੇਵਰਟ ਭਾਈ 2 ਮਿੰਟ ਮੇਰੀ ਜਾਨ ਨਹੀਂ, ਇੱਕ ਮਿੰਟ ਨਹੀਂ ਫੇਵਰਟ ਭਾਈ। ਵੈਸੇ ਫੁਕਰੇ ਸਾਹਿਬ, ਮੈਨੂੰ ਵੀ ਸਾਦਤ ਹਾਸਲ ਹੋ ਜਾਂਦੀ ਤਰਫ ਫੇਵਰਟ ਸਾਹਿਬ ਨਾਲ ਵੀ ਮੈਂ ਗੱਲ ਕਰ ਲੈਂਦਾ ਹੈ। ਇੱਕ ਖੁਆਇਸ਼ ਚੁੱਪ ਹੋ ਗਿਆ। ਓਕੇ ਫੇਵਰਟ ਭਾਈ ਬੋਲੋ। ਜੀ तो हुणे ਫੇਵਰਟ ਸਾਹਿਬ, ਮੇਰੀ ਪਹਿਲੇ ਤੇ 1 ਮਿੰਟ ਸਰ, मैं सुन ली तुहाडी ਮੇਰੀ ਖੁਆਇਸ਼ ਸੀ ਤੁਹਾਡੇ ਨਾਲ ਗੱਲ ਕਰਨ ਦੀ। ਜਜ਼ਾਕੱਲਾ, ਮੈਂ ਸੁਣ ਲਈ ਭਾਈ ਦੀ ਗੱਲ, ਲੇਕਿਨ ਫੁਕਰੇ ਭਾਈ ਨੇ ਜਿਹੜਾ ਪੁਆਇੰਟ ਉਠਾਇਆ ਔਰ ਤੁਸੀਂ ਜਿਹੜਾ ਉਹਦੇ ਕਰਾਸ ਹੁਜਤੁਲ ਵਿਦਾ ਦਾ ਰੈਫਰੈਂਸ ਦਿੱਤਾ ਹੈ, ਬਿਲਕੁਲ ਉਹ ਗੱਲ ਠੀਕ ਹੈ। ਲੇਕਿਨ ਉਹਨਾਂ ਨੇ ਜਿਹੜਾ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਨੇ ਖੁਤਬਾ ਦਿੱਤਾ ਸੀ, ਉਹ ਜਿਹੜੇ ਮੁਸਲਮਾਨ ਹੈਗੇ ਸੀ ਉਸ ਵਕਤ ਤੇ, ਉਹਨਾਂ ਨੇ ਲੱਬੈਕ ਕੀਤੀ ਔਰ ਕੁਰਾਨ ਮਜੀਦ ਨੇ ਵੀ ਉਹਦੀ ਸ਼ਹਾਦਤ ਦਿੱਤੀ ਕਿ ਦੀਨ ਮੁਕੰਮਲ ਹੋ ਗਿਆ। ਤੇ ਉਹ ਤੇ ਸਿਰਫ ਮੁਸਲਮਾਨਾਂ ਕੋਲੋਂ ਐਵੀਡੈਂਸ ਲਿਆ ਨਾ ਜਾਂ ਗਵਾਹੀ ਲਈ, ਤੇ ਉਹਨਾਂ ਨੇ ਜ਼ਾਰੀ ਬਾਤ ਹੈ ਲੱਬੈਕ ਕੀਤੀ। ਲੇਕਿਨ ਕਿਆ ਉਹਨਾਂ ਮੁਸਲਮਾਨਾਂ ਤੋਂ ਇਲਾਵਾ ਦੁਨੀਆ 'ਚ ਹੋਰ ਕੋਈ ਮਜ਼ਹਬ ਨਹੀਂ ਸੀ ਰਿਹਾ? ਫਿਰ ਖਤਮ ਹੋ ਗਈ ਸੀ ਉਹੀ ਦੁਨੀਆ ਤੇ ਉਸ ਵਕਤ ਕੋਈ ਗੈਰ ਮੁਸਲਮ ਜਾਂ ਗੈਰ ਅਕੀਦਾ ਤੌਹੀਦ ਨਹੀਂ ਸੀ ਹੈਗਾ। ਗੱਲ ਤੇ ਤੁਸੀਂ ਜਿਹੜੀ ਕਰ ਰਹੇ ਹੋ ਉਹਦਾ ਮਕਸਦ ਹੈ ਕਿ ਮਿਰਜ਼ਾ ਸਾਹਿਬ ਦੇ ਦੌਰ ਹੈ, ਫਿਰ ਸਾਰੀ ਦੁਨੀਆ ਤੇ ਕਿਉਂ ਨਹੀਂ ਉਹਨਾਂ ਦਾ ਪੈਗਾਮ ਚਲਾ ਗਿਆ? ਸਾਰਿਆਂ ਨੇ ਲੱਭਿਆ ਕਿਉਂ ਨਹੀਂ ਕੀਤਾ? ਨਹੀਂ ਬਿਲਕੁਲ ਨਹੀਂ। ਤੁਸੀਂ ਬੜੀ ਅੱਛੀ ਗੱਲ ਕੀਤੀ ਹੈ। ਮੈਂ ਆਪਣਾ ਸਵਾਲ ਜਿਹੜਾ ਨਾ ਅੱਛੇ ਤਰੀਕੇ ਨਾਲ ਕਰਨਾ ਚਾਹੀਦਾ ਸੀ ਕਿ ਐਟਲੀਸਟ ਮਿਰਜ਼ਾ ਸਾਹਿਬ ਤਸ਼ਰੀਫ ਲਿਆਏ ਨੇ ਹਿੰਦੁਸਤਾਨ ਵਿੱਚ, ਤੇ ਹਿੰਦੁਸਤਾਨ ਵਿੱਚ ਤੇ ਉਹ ਇੱਲਤ ਗਾਇਬ ਪੂਰੀ ਹੋਣੀ ਚਾਹੀਦੀ ਸੀ, ਸਲੀਬ ਟੁੱਟਣੀ ਚਾਹੀਦੀ ਸੀ। ਸਿਰਫ ਮੈਨੂੰ ਹਿੰਦੁਸਤਾਨ ਦਾ ਲਫ਼ਜ਼ ਨਹੀਂ ਕਹਿਣਾ ਆਇਆ। ਸਲੀਬ ਜਿਹੜੀ ਸ਼ਾਮ ਦੇ ਮੈਂ ਤੁਹਾਨੂੰ ਦੱਸਦਾ, ਸਲੀਬ ਅਸਲ ਸਲੀਬ ਕਾਇਮ ਕਰ ਦਿੱਤੇ ਹੈ। ਸ਼ਾਨ ਭਈਆ ਦੱਸੋ ਕਿ ਸਲੀਬ ਦਾ ਮੀਨਿੰਗ ਕੀ ਹੈ? ਸਲੀਬ ਕੀ ਮੰਨਦੇ ਹੈ? ਸਲੀਬ ਜਨਾਬ ਹਜ਼ਰਤ ਈਸਾ ਨੂੰ ਖੁਦਾ ਦਾ ਬੇਟਾ ਮੰਨਦੇ ਨੇ, ਤੇ ਆਪਣੇ ਗੱਲਾਂ 'ਚ ਸਲੀਬ ਪਾਈ ਹੋਈ ਹੈ, ਤੇ ਉਹੀ ਮਤਲਬ ਇੱਕ ਪਖੰਡ ਮਚਾਇਆ ਹੈ। ਨਹੀਂ ਟ੍ਰਿਨਿਟੀ ਹੈਗੀ, ਉਹ ਐਕਸਪਲੇਨ ਕਰੋ ਪੂਰੀ। ਜੇ ਅਗਰ ਤੁਸੀਂ ਸਵਾਲ ਕਰਦੇ ਹੋ ਲਾਜ਼ਮੀ ਤੁਹਾਨੂੰ ਸਵਾਲ ਪੂਰਾ ਚਾਹੀਦਾ। ਜੀ ਉਸ ਵਿੱਚ ਹੈ ਕਿ ਜਿਹੜਾ ਫਾਦਰ ਹੈ, ਸਨ ਹੈ ਤੇ ਹੋਲੀ ਸਪਿਰਿਟ ਹੈ, ਤਿੰਨੋਂ ਜਿਹੜੇ ਨੇ ਉਹ ਤਿੰਨੋਂ ਗॉड ਬਣਾਏ ਨੇ ਇਹਨਾਂ ਨੇ। ਇਸ ਨੂੰ ਟ੍ਰਿਨਿਟੀ ਕਹਿੰਦੇ ਨੇ, ਫਾਦਰ, ਸਨ ਐਂਡ ਹੋਲੀ ਗੋਸਟ। ਇਸ ਨੂੰ ਟ੍ਰਿਨਿਟੀ ਨਹੀਂ ਸਰ, ਉਹ ਟ੍ਰਿਨਿਟੀ ਆਈ ਤਾਂ ਹੈ। ਤਿੰਨ ਦਾ ਮਤਲਬ ਟ੍ਰਿਨਿਟੀ ਹੁੰਦਾ ਨਾ, ਤਿੰਨ। ਤੇ ਤਿੰਨ ਕਿਹੜੇ ਨੇ? 3 ਸਤੂਨ ਨੇ, ਫਾਦਰ, ਸਨ ਐਂਡ ਹੋਲੀ ਗੋਸਟ। ਹੁਣ ਤੁਸੀਂ ਕਹਿੰਦੇ ਮੈਂ ਅਰਜ਼ ਕਰਾਂਗਾ, ਮੁਸਲਿਮ ਬਹੁਤ ਆ ਕੇ ਘਰ ਜਾਂਦੇ। ਨਹੀਂ ਮੈਂ ਬਿਲਕੁਲ ਨਹੀਂ ਕਹਿ ਰਿਹਾ ਕਿ ਉਹਨਾਂ ਦੀ ਲੱਕੜੀ ਦੀ ਸਲੀਬਾਂ ਤੋੜਦੇ, ਮੈਂ ਬਿਲਕੁਲ ਨਹੀਂ ਕਹਿ ਰਿਹਾ। ਮੈਂ ਸਿਰਫ ਇਹ ਕਰ ਰਿਹਾ ਕਿ ਮਿਰਜ਼ਾ ਸਾਹਿਬ ਇੱਕ ਬਹੁਤ ਵੱਡੇ ਮਤਲਬ ਇੱਕ ਅਜ਼ੀਮ ਸ਼ਖਸੀਅਤ ਆਏ ਨੇ, ਉਹਨਾਂ ਨੇ ਆਪਣਾ ਮਿਸ਼ਨ ਆਪ ਦੱਸਿਆ ਹੈ।
ਤੇ ਸਾਨੂੰ ਵੀ ਚਾਹੀਦਾ ਸੀ ਕਿ ਕੋਈ ਖੁਤਬਾ ਹੁਜਤੁਲ ਫਿਦਾ ਫਰਮਾਉਂਦੇ ਤੇ ਉਸ ਲੋਕਾਂ ਕੋਲ ਪੁੱਛ ਲੈਂਦੇ ਕਿ ਮੈਂ ਆਪਣਾ ਮਿਸ਼ਨ ਕੰਪਲੀਟ ਕੀਤਾ ਹੈ, ਮੇਰੀ ਇੰਗਰ ਲਗਾਈ ਕੰਪਲੀਟ ਹੋਈ ਹੈ। अस्सलाम वालेकुम दोस्तों, माजर चाहना है मैं 1 मिनट है मेरे को, अगर इजाज़त हो तो मैं 1 मिनट की गल कर सकते हैं? अहमद भाई जरूर करते हैं, अगर ये फुकरे भाई इजाजत देते हैं ना, क्योंकि 1 बाय 1 बात हो रही है, मियां साहब को भी जी नहीं बोलने जी दे रहे। जी जी फुकरे भाई जी 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 मैं बस छोटी जी तवज्जो दिलाना चाह रहा सी कि दोस्तों ने दसिया वा कि वो दलाइल और उस तो इलावा मैं ये कहना चाह रहा सी कि देखो जो हज़रत ईसा दे मनने वाले ਜਿਹੜੀ ਉਹਨਾਂ ਦੀ ਤਾਦਾਦ 12 ਸੀ ਔਰ ਉਹਨਾਂ ਚੋਂ ਵੀ ਇੱਕ ਜਿਹੜੇ ਸਨ ਉਹਨਾਂ ਨੇ ਮੁਖਬਰੀ ਕੀਤੀ ਸੀ ਔਰ ਉਸ ਤੋਂ ਬਾਅਦ ਜਦੋਂ ਹਜ਼ੂਰ ਸੱਲੱਲਾਹੁ ਅਲੈहि ਵਸੱਲਮ ਦੀ ਵਫਾਤ ਹੋਈ ਤੇ हज़रत उमर फारूक रज़ी अल्लाह ताला अन्हु तलवार लैके खड़े हो गए कि अगर किसी ने कहा कि हाँ हज़ूर सल्लल्लाहु अलैहि वसल्लम फौत हो गए ने तो मैं ਉਹਦਾ सिर कलम कर देंगा, क्योंकि ਉਹਨਾਂ ਦੇ ਜ਼ੇਨ 'ਚ ਸੀ ਕਿ ਉਹ ਵਾਅਦੇ ਕੈਸਰੋ ਕਸਰਾ ਉਹ ਚੀਜ਼ਾਂ ਅਜੇ ਪੂਰੀਆਂ ਨਹੀਂ ਹੋਈਆਂ, ਅਜੇ ਤੇ ਇਸਲਾਮ ਜਿਹੜਾ ਵਾ ਪੂਰੀ ਤਰ੍ਹਾਂ ਅਰਬ 'ਚ ਵੀ ਨਹੀਂ ਫੈਲਿਆ, ਅਜੇ ਤੇ ਉਹਨਾਂ ਬਸਤੀਆਂ ਤੋਂ ਵੀ ਬਾਹਰ ਨਹੀਂ ਗਿਆ ਤੇ ਉਹਨਾਂ ਦੇ ਜ਼ੇਨ 'ਚ ਸੀ ਕਿ ਇੱਡੀ ਜਲਦੀ ਸਾਡੇ ਪਿਆਰੇ ਨਬੀ ਹਜ਼ੂਰ ਸੱਲੱਲਾਹੁ ਅਲੈहि ਵਸੱਲਮ ਕਿੱਦਾਂ ਸਾਡੇ ਤੋਂ ਜੁਦਾ ਹੋ ਸਕਦੇ ਨੇ। ਤੇ ਇਹ ਤਾਦਾਦ ਮੈਟਰ ਨਹੀਂ ਕਰਦੀ। ਅਗਰ ਤਾਦਾਦ ਤੁਸੀਂ ਅੱਜ ਵੀ ਦੇਖੋ ਤੇ ਮੁਸਲਮਾਨਾਂ ਦੀ ਤਾਦਾਦ ਗੈਰ ਮੁਸਲਮਾਨਾਂ ਦੇ ਮੁਕਾਬਲੇ 'ਚ ਬਹੁਤ ਘੱਟ ਆ। ਜਜ਼ਾਕੁਮੁल्लाह, ਬਸ ਮੈਂ ਇੰਨੀ ਗੱਲ ਕਰਨਾ ਚਾਹ ਰਿਹਾ ਸੀ। जी जज़ाकल्लाह जनाब। ਇੱਕ ਗੱਲ ਕਰ ਰਹੇ ਸੀ ਜਨਾਬ ਟ੍ਰਿਨਿਟੀ ਦਾ, ਤੇ 3 ਮਤਲਬ ਉਹਨਾਂ ਖੁਦਾ ਬਣਾਏ ਨੇ ਤੇ ਉਹਨਾਂ ਨੇ ਮਿਰਜ਼ਾ ਸਾਹਿਬ ਅਗਰ ਉਹ ਪ੍ਰੂਫ ਕਰ ਦੇਣ ਕਿ 3 ਨਹੀਂ ਇੱਕੋ ਖੁਦਾ ਸੀ। ਇਸ ਬਾਰੇ 'ਚ ਹਜ਼ਰਤ ਈਸਾ ਨੇ ਫਰਮਾਇਆ ਹੈ ਕਿ ਜਦੋਂ ਉਹ ਸੈਕੰਡ ਕਮਿੰਗ ਵਿੱਚ ਆਣਗੇ ਤੇ ਉਹਨਾਂ ਨੇ ਕਰਨਾ ਕੀ, ਅਗਰ ਤੁਸੀਂ ਇਜਾਜ਼ਤ ਦਿਓ ਤਾਂ ਮੈਂ ਉਹ ਵਰਸ ਪੇਸ਼ ਕਰ ਸਕਣਾ। ਦੱਸੋ, ਬਹੁਤ ਅੱਛੀ ਗੱਲ ਹੈ ਸ਼ਾਨ ਭਾਈ, ਜ਼ਰਾ ਵਾਜ਼ਿਹ ਕਰ ਦਿਓ ਸਾਡੇ ਤੇ ਵੀ ਉਹ ਵਰਸ ਜਿਹੜੀ। ਜੀ 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 ਹਜ਼ਰਤ ਈਸਾ ਅਲੈहि ਸਲਾਮ ਆਪ ਦੱਸਦੇ ਨੇ, ਤੁਹਾਨੂੰ ਪਤਾ ਨਿਊ ਟੈਸਟਾਮੈਂਟ ਦੀ 27 ਕਿਤਾਬਾਂ ਨੇ, ਉਸ ਵਿੱਚ ਮੈਥਿਊ 7 ਨੰਬਰ ਕਿਤਾਬ ਹੈ, ਉਹਦੀ ਵਰਸ ਨੰਬਰ 22 ਹੈ, ਮੈਨੀ ਵਿਲ ਸੇ ਟੂ ਮੀ ਔਨ ਦੈਟ ਡੇ। ਮੈਂ ਮਾਫੀ ਚਾਹਾਂਗਾ ਅੰਗਰੇਜ਼ੀ 'ਚ ਹੈ, ਮੈਂ ਫਿਰ ਉਰਦੂ ਦਾ ਤਰਜਮਾ ਕਰ ਦਿਆਂਗਾ। ਮੈਥਿਊ 7:22 ਮੈਨੀ ਵਿਲ ਸੇ ਟੂ ਮੀ ਔਨ ਦੈਟ ਡੇ ਲਾਰਡ ਲਾਰਡ did we not prophesy in your name and in your name drive out demons and in your name perform many miracles? ਤੇ ਹਜ਼ਰਤ ਈਸਾ ਉਹਦੇ ਜਵਾਬ ਵਿੱਚ ਕਹਿਣਗੇ then I say to them footsack I don't know you I am not your Lord। ਇਹਦਾ ਉਰਦੂ ਤਰਜਮਾ 'ਚ ਆਸਾਨ ਮੈਂ ਦੱਸ ਦੇਣਾ ਸਰ ਕਿ ਜਦੋਂ ਹਜ਼ਰਤ ਈਸਾ ਦੁਬਾਰਾ ਤਸ਼ਰੀਫ ਲਿਆਉਣਗੇ ਤਾਂ ਲੋਕੀ ਜਿਹੜਾ ਨਾ ਉਹਨਾਂ ਦੇ ਕੋਲ ਫੌਰਨ ਆਉਣਗੇ ਤੇ ਕਹਿਣਗੇ ਲਾਰਡ ਲਾਰਡ ਅਸੀਂ ਤੁਹਾਡੇ ਨਾਂ ਤੋਂ ਸ਼ੈਤਾਨਾਂ ਨੂੰ ਲੋਕਾਂ ਦੇ ਜਿਸਮਾਂ ਤੋਂ ਕੱਢਦੇ ਰਹੇ ਹਾਂ ਤੇ ਤੁਹਾਡੇ ਨਾਂ ਲੈ ਕੇ ਨਾ ਪਰਫਾਰਮ ਕਰਦੇ ਰਹੇ ਹਾਂ ਮਿਰੇਕਲ। ਤੇ ਹਜ਼ਰਤ ਈਸਾ ਕਹਿਣਗੇ ਇਸ ਤਰ੍ਹਾਂ ਕਿਸੇ ਨੂੰ ਐਜ਼ ਲੱਤ ਨਹੀਂ ਮਾਰਨੀ ਹੁੰਦੀ, ਦੈਨ ਆਈ ਸੇ ਟੂ ਦੈਮ ਫੁੱਟ ਸੈਕ, ਦੂਰ ਹੋ ਜਾਓ ਮੇਰੇ ਕੋਲੋਂ। ਆਈ ਡੋਂਟ ਨੋ ਯੂ, ਮੈਂ ਤੁਹਾਨੂੰ ਨਹੀਂ ਜਾਣਦਾ। ਆਈ ਐਮ ਨਾਟ ਯੂਅਰ ਲਾਰਡ। ਹਜ਼ਰਤ ਈਸਾ ਨੇ ਕਲੀਅਰਲੀ ਦੱਸਿਆ ਕਿ ਉਹਨਾਂ ਦੇ ਆਉਣ ਦਾ ਮਕਸਦ ਹੈ ਵੇ ਕਿ ਲੋਕੀ ਉਹਨਾਂ ਨੂੰ ਕਨਫਿਊਜ਼ ਹੋ ਗਏ ਨੇ ਖੁਦਾ ਦਾ ਬੇਟਾ ਸਮਝ ਕੇ। ਉਹ ਦੁਬਾਰਾ ਤਸ਼ਰੀਫ ਲਿਆਉਣਗੇ ਤੇ ਦੱਸਣਗੇ ਮੈਂ ਖੁਦਾ ਦਾ ਬੇਟਾ ਨਹੀਂ ਹਾਂ, ਮੈਂ ਅਬਦੁੱਲਾ ਹਾਂ, ਜਿਸ ਤਰ੍ਹਾਂ ਉਹਨਾਂ। ਅੱਛਾ, ਮੈਂ ਹੁਣ ਸ਼ਾਨ ਭਾਈ, ਹੁਣ ਮੈਂ ਜਿਹੜੀ ਗੱਲ ਕਰ ਰਿਹਾ ਨਾ, ਮੈਂ ਇਸ ਗੱਲ ਤੋਂ ਨਾ ਦੱਸਣਾ ਵਾ ਤੇ ਤੁਸੀਂ ਵੀ ਸ਼ਾਨ ਭਾਈ, ਮੈਂ ਮੰਨਣਾ ਕਿ ਹਜ਼ਰਤ ਈਸਾ ਦੁਬਾਰਾ ਆਉਣਗੇ ਜ਼ਮੀਨ ਤੇ, ਠੀਕ ਹੈ ਸ਼ਾਨ ਭਾਈ? ਬਹੁਤ ਖੂਬ, ਠੀਕ ਹੋ ਗਿਆ ਸ਼ਾਨ ਭਾਈ? ਸ਼ਾਨ ਭਾਈ ਮਿਊਟ ਨਾ ਲਾਓ। ਜੀ ਜੀ ਠੀਕ ਹੋ ਗਿਆ ਸਰ, ਮੈਂ ਤੁਹਾਡੇ ਕੋਲ ਜਵਾਬ ਉਸ ਤਰ੍ਹਾਂ ਮੰਗਣਾ। ਠੀਕ ਹੈ ਜਨਾਬ। ਸ਼ਾਨ ਭਾਈ, ਜਦੋਂ ਹਜ਼ਰਤ ਈਸਾ ਆਉਣਗੇ ਦੁਬਾਰਾ ਤੇ ਜਦੋਂ ਵਫਾਤ ਪਾਣਗੇ ਕਿ ਨਹੀਂ ਵਫਾਤ ਪਾਣਗੇ ਉਹ ਪਾਣਗੇ, ਫਿਰ ਵਫਾਤ ਪਾਣਗੇ ਨਾ, ਫਿਰ ਤੁਸੀਂ ਦਫਨਾ ਕੇ ਆਓਗੇ ਹਜ਼ਰਤ ਈਸਾ ਨੂੰ ਕਿ ਨਹੀਂ? ਮੈਂ ਦਫਨਾ ਕੇ ਆਵਾਂਗਾ। ਫਿਰ ਕੁਰਾਨ ਕੀ ਕਹਿ ਰਿਹਾ ਹੋਏਗਾ ਮੈਨੂੰ ਦੱਸੋ? ਫਿਰ ਕੁਰਾਨ ਦੀ ਆਇਤ ਤੇ ਉੱਥੇ ਹੀ ਬਾਕੀ ਹੈ, ਫਿਰ ਤੁਸੀਂ ਕੀ ਕਿਸ ਤਰ੍ਹਾਂ ਸਰ ਜੀ ਕਿਸ ਤਰ੍ਹਾਂ ਬਾਕੀ ਹੈ ਕੁਰਾਨ ਤੇ? ਇਹ ਪੁਆਇੰਟ ਦੱਸ ਦਿਓ ਜਿਹੜਾ ਤੁਸੀਂ ਦੱਸ ਰਹੇ ਹੋ। ਕੋਈ ਮੈਂ ਕਹਿ ਰਿਹਾ ਕੁਰਾਨ ਤੇ ਦੁਬਾਰਾ ਹੀ ਕਹਿ ਰਿਹਾ ਹੋਏਗਾ ਹਜ਼ਰਤ ਈਸਾ ਦੁਬਾਰਾ ਆਉਣਗੇ, ਫਿਰ ਤੁਸੀਂ ਕੀ ਕਰੋਗੇ? कुरान के मुतवफ़ी का राफ़िया को तो नहीं ना डिनाई कर सकते ना। ਸਰ ਜੀ ਕਿਹੜੀ ਵਰਸ ਕਹਿ ਰਹੇ ਹੋ? ਸਰ ਜੀ ਕਿਹੜੀ ਵਰਸ ਕਹਿ ਰਹੇ ਹੋ ਤੁਸੀਂ? ਉਹ ਕਾਈਂਡਲੀ ਰੈਫਰੈਂਸ ਦੇ ਦੇਣਾ, ਮੈਨੂੰ ਇਲਮ ਵੱਧਦਾ ਜਾਏਗਾ।
ਦੇਖੋ ਤੁਸੀਂ ਕਹਿ ਰਹੇ ਹੋ ਕੁਰਾਨ ਦੇ ਮੁਤਾਬਕ ਹਜ਼ਰਤ ਈਸਾ ਦੁਬਾਰਾ ਆਣਗੇ, ਜੀ ਜੀ ਕਹਿ ਰਹੇ ਹੋ ਤੁਸੀਂ। ਜੀ ਸਰ। ਤੇ ਜਦੋਂ ਤੁਸੀਂ ਦਫਨਾ ਕੇ ਹਜ਼ਰਤ ਈਸਾ ਨੂੰ ਦੁਬਾਰਾ ਵਾਪਸ ਆਓਗੇ ਤੇ ਕੁਰਾਨ ਦੀ ਆਇਤ ਤੇ ਉੱਥੇ ਹੀ ਹੋਏਗੀ ਨਾ, ਉਹ ਫਿਰ ਕਹਿ ਰਹੇਗਾ ਕੁਰਾਨ ਕਹਿੰਦੇ ਦੁਬਾਰਾ ਆਣਗੇ, ਉਹਦਾ ਕੀ ਕਰੋਗੇ ਤੁਸੀਂ? ਫਿਰ ਕਹਿ ਰਿਹਾ ਹਜ਼ਰਤ ਈਸਾ ਦੁਬਾਰਾ ਆਣਗੇ, ਹੈ ਨਹੀਂ ਮੈਨੂੰ ਸਮਝ ਆਈ। ਪ੍ਰੀਟੀ ਮੱਚ ਉਸ ਤੋਂ ਬਾਅਦ ਤੇ ਕਹਿੰਦੇ ਨੇ ਕਿਆਮਤ ਆ ਜਾਏਗੀ ਬਾਦਸ਼ਾਹ। ਨਹੀਂ, ਹੁਣ ਵੀ ਤੁਸੀਂ ਕਹਿ ਰਹੇ ਹੋ ਕਿ ਅਸੀਂ ਦਫਨਾ ਕੇ ਹਜ਼ਰਤ ਈਸਾ ਨੂੰ ਵਾਪਸ ਮਤਲਬ ਮੈਂ ਅਰਜ਼ ਕਰ ਰਿਹਾ ਕਿ ਮਤਲਬ ਇਹ ਤੇ ਕਿਹਾ ਜਾਂਦਾ ਨਾ ਹਜ਼ਰਤ ਈਸਾ ਇੱਥੇ ਆਣਗੇ, 40 ਸਾਲ ਤੱਕ ਅਮਨ ਸਕੂਨ ਹੋਏਗਾ ਤੇ ਫੇਵਰਿਟ 49 ਤੇ ਅੰਜੁਮ ਸ਼ਾਨ ਇਕੱਠੇ ਬਹਿ ਕੇ ਖਾਣਾ ਸਭ ਖਾਣਗੇ। ਨੂੰ ਛੱਡ ਦਿਓ, ਇੱਕ ਮਿੰਟ ਸਭ ਨੂੰ ਸਾਈਡ ਤੇ ਰੱਖ ਲਓ। ਤੁਸੀਂ ਇਹ ਦੱਸੋ ਕਿ ਕੁਰਾਨ ਪਾਕ ਕਹਿ ਰਿਹਾ ਕਿ ਹਜ਼ਰਤ ਈਸਾ ਆਣਗੇ ਦੁਬਾਰਾ, ਨੌਜ਼ ਬਿਲlah, ਠੀਕ ਹੈ ਜੀ ਮਹਿੰਗੀ ਗੱਲ ਹੈ। ਜੀ ਫਿਰ ਜਦੋਂ ਉਹ ਵਫਾਤ ਵੀ ਪਾਣਗੇ, ਕਿਉਂਕਿ ਕੁੱਲੂ ਨਫਸਨ ਜ਼ਾਇਕਤੁਲ ਮੌਤ, ਹਰ ਨਫਸ ਨੇ ਜ਼ਾਇਕਾ ਚਾਹਤੀ ਹੈ, ਇੰਜੀ ਗੱਲ ਹੈ। ਜੀ ਮੰਨਦੇ ਹੋ ਇਸ ਗੱਲ ਨੂੰ ਕਦੇ? ਮੰਨਾ। ਫਿਰ ਜਦੋਂ ਤੁਸੀਂ ਦਫਨਾ ਕੇ ਆਓਗੇ ਹਜ਼ਰਤ ਈਸਾ ਨੂੰ ਵਾਪਸ, ਤੇ ਆਇਤ ਤੇ ਉੱਥੇ ਹੀ ਪਈ ਹੋਏਗੀ, ਉਹ ਕਹੇਗੀ ਫਿਰ ਹਜ਼ਰਤ ਈਸਾ ਨੇ ਵਾਪਸ ਆਣਾ, ਉਹਦਾ ਕੀ ਕਰਾਂਗੇ ਅਸੀਂ? ਬਹੁਤ ਅੱਛੇ, ਬਹੁਤ ਅੱਛੇ। ਉਹਨੂੰ ਛੱਡ ਦਿਓ, ਉਹ ਆਇਤ, ਉਹ ਪ੍ਰੋਫੈਸੀ ਕੰਪਲੀਟ, ਬਹੁਤ ਅੱਛੇ ਕੀ ਮੈਂ ਉਹ ਜਵਾਬ ਦੇਣਾ ਚਾਹ ਰਿਹਾ ਨਾ, ਪਹਿਲੇ ਤੁਹਾਡੀ ਤਾਰੀਫ ਕਰ ਰਹੇ ਕਿ ਤੁਸੀਂ ਪੁਆਇੰਟ ਅੱਛਾ ਗਰੇਜ਼ ਕੀਤਾ ਹੈ। ਉਹ ਪ੍ਰੋਫੈਸੀ ਕੰਪਲੀਟ ਹੋ ਗਈ ਹੈ। ਜਿਹੜੀ ਕੁਰਾਨ ਸ਼ਰੀਫ ਦੀ ਪ੍ਰੋਫੈਸੀਜ਼ ਹੁੰਦੀਆਂ ਨੇ ਨਾ, ਇਹਨਾਂ ਨੂੰ ਇਸ ਤਰ੍ਹਾਂ ਲਿਆ ਜਾਂਦਾ ਹੈ ਕਿ ਪੇਸ਼ਨ ਗੋਈ ਪ੍ਰੋਫੈਸੀ ਜਦੋਂ ਕੰਪਲੀਟ ਹੋ ਜਾਂਦੀ ਹੈ, ਇੱਥੇ ਰੱਖ ਇਹ ਕੰਪਲੀਟ ਹੋ ਗਈ, ਛੱਡ ਦਿਓ ਪ੍ਰੋਫੈਸੀ ਨੂੰ, ਉਹਦਾ ਉਸ ਆਇਤ ਦਾ ਬਾਅਦ ਹੀ ਇਹ ਤੱਕ ਪੇਸ਼ਨ ਗੋਈ ਉਹਦਾ ਮਤਲਬ ਹੁੰਦਾ ਸਰ। ਨਹੀਂ, ਤੁਸੀਂ ਤੇ ਉਹ ਕੰਪਲੀਟ ਹੋ ਗਈ। ਜਿਸ ਤਰ੍ਹਾਂ ਕੋਈ ਬੰਦਾ ਅਜ਼ੀਮ ਸ਼ਖਸੀਅਤ ਫਰਮਾਂਦੀ ਹੈ ਨਾ ਕਿ ਇਹ ਬੰਦਾ ਆਏਗਾ, ਤੇ ਉਹ ਆ ਗਿਆ ਤੇ ਉਹ ਕੰਪਲੀਟ ਹੋ ਗਈ। ਫਿਰ ਨਹੀਂ ਹੋਏਗਾ ਕਿ ਉਹ ਪਈ ਹੈ ਤੇ ਫਿਰ ਦੁਬਾਰਾ ਆਂਦੇ ਰਹਿਣਾ ਉਹਨੇ। ਮੇਰੀ ਸ਼ਾਨ ਭਾਈ ਮੇਰੀ ਗੱਲ ਸੁਣੋ। ਕੁਰਾਨ ਦੇਖੋ, ਕੁਰਾਨ ਪਾਕ ਅਗਰ ਕਿਸੇ ਦੀ ਜ਼ਿੰਦਗੀ ਦਾ ਕਹੇ ਨਾ ਕਿ ਉਹ ਜ਼ਿੰਦਾ ਵਾ, ਤਾਂ ਉਹਨੂੰ ਕਦੀ ਮੌਤ ਨਹੀਂ ਆ ਸਕਦੀ, ਕਿਉਂਕਿ ਉਹ ਸਿਰਫ ਖੁਦਾ ਤਾਲਾ ਦੀ ਜ਼ਾਤ ਨੂੰ ਕਹਿੰਦਾ ਜ਼ਿੰਦਾ ਵਾ। ਕਿਸੇ ਇਨਸਾਨ ਨੂੰ ਨਹੀਂ ਕਿਹਾ ਖੁਦਾ ਤਾਲਾ ਨੇ ਕੁਰਾਨ ਪਾਕ ਜੋ ਜ਼ਿੰਦਾ ਵਾ। ਅਗਰ ਕਿਸੇ ਨੂੰ ਕਹਿ ਦੇ ਨਾ ਕੁਰਾਨ ਪਾਕ ਜ਼ਿੰਦਾ ਵਾ, ਤਾਂ ਉਹਨੂੰ ਕਿਆਮਤ ਦੇ ਬਾਅਦ ਵੀ ਨਹੀਂ ਮੌਤ ਆ ਸਕਦੀ। ਤੁਸੀਂ ਪ੍ਰੂਵ ਨਹੀਂ ਕਰ ਸਕਦੇ ਸਾਰੀ ਜ਼ਿੰਦਗੀ ਵੀ, ਸਾਰੇ ਉਲਮਾ ਤੁਸੀਂ ਬਹਿ ਜਾਓ ਨਾ, ਕਦੀ ਵੀ ਨਹੀਂ ਤੁਸੀਂ ਪ੍ਰੂਵ ਕਰ ਸਕਦੇ, ਕਿਉਂਕਿ ਕੁਰਾਨ लड़के फिनिश शान भाई बाद में बात कर लेना, क्योंकि हम सारे मुसलमान इस बात को मानते हैं कि कुरान पाक ता क़यामत तक, मानते हैं आप शान भाई कि नहीं? जी। तो अगर कुरान पाक किसी की जिंदगी का कह दे, उसे मौत आ सकती है? नहीं। तो फिर सिंपल सी बात ये, अगर आप देखे दिमाग रखते हैं तो फिर बचकाना बात कर रहे हैं आप, और बहस कर रहे हैं महज, और उसके अलावा कोई बात नहीं। ਹੋ ਗਿਆ ਸਾਹਿਬ, ਕੁਰਾਨ ਪਾਕ ਹੀ ਤੇ ਪੂਰੀ ਗੱਲ ਸਮਝਾ ਰਿਹਾ ਮੈਨੂੰ। ਵਾਕਈ ਮੈਂ ਬਚਗਾਨਾ ਗੱਲ ਕਰ ਰਿਹਾ। ਕੁਰਾਨ ਪਾਕ ਮੈਨੂੰ ਪੂਰੀ ਗੱਲ ਸਮਝਾ ਰਿਹਾ, ਮੈਂ ਉਹੀ ਮੰਨਦਾ ਜਾ ਰਿਹਾ। ਕੁਰਾਨ ਪਾਕ ਹੀ ਮੈਨੂੰ ਕਹਿ ਰਿਹਾ ਕਿ ਉਹ ਤਸ਼ਰੀਫ ਲਿਆਣਗੇ, ਇਸ ਤਰ੍ਹਾਂ ਸਾਰਾ ਕੁਝ ਮੈਂ ਤਾਂ ਉਹੀ ਮੰਨ ਰਿਹਾ ਸਰ। ਕੁਰਾਨ ਪਾਕ ਕਿਸ ਤਰ੍ਹਾਂ ਕਹੇ ਕੁੱਲੂ ਨਫਸਨ ਜ਼ਾਇਕਤੁਲ ਮੌਤ? ਸਰ ਜੀ ਉਹ ਬਾਅਦ ਵਿੱਚ ਉਹਨਾਂ ਦਾ ਮਿਸ਼ਨ ਦੋ ਹਿੱਸੇ ਚ ਹੈ ਨਾ, ਸੈਕੰਡ ਕਮਿੰਗ ਫਸਟ ਕਮਿੰਗ, ਉਸ ਤੋਂ ਬਾਅਦ ਉਹ ਫੋਤ ਹੋ ਰਹੇ ਨੇ। ਫੋਤ ਹੋ ਗਏ ਨਾ ਉਹ, ਫਿਰ ਸੈਕੰਡ ਆ ਕੇ ਫੋਤ ਹੋ ਰਹੇ ਨੇ ਨਾ ਸਰ। ਬਿਲਕੁਲ ਮੈਂ ਮੰਨ ਰਿਹਾ, ਫੋਤ ਹੋ ਗਏ ਨਾ ਉਹ ਬਾਅਦ ਵਿੱਚ ਆ ਕੇ। ਜੀ ਬਾਅਦ ਵਿੱਚ ਫੋਤ ਹੋ ਗਏ ਜੀ। ਜੀ ਮਤਲਬ ਕਿ ਹਜ਼ਰਤ ਈਸਾ ਆਏ, ਫੋਤ ਹੋ ਗਏ ਦੁਬਾਰਾ। ਹੁਣ ਜਦੋਂ ਜਾ ਕੇ ਤੁਸੀਂ ਕੁਰਾਨ ਪਾਕ ਖੋਲੋਗੇ ਦੁਬਾਰਾ, ਉਹ ਕੀ ਕਹਿ ਰਿਹਾ? ਉਹ ਤੇ ਫਿਰ ਕਹਿ ਰਿਹਾ, ਲੇਕਿਨ ਉਹ ਪ੍ਰੋਫੈਸੀ ਕੰਪਲੀਟ ਹੋ ਗਈ ਨਾ, ਉਹ ਪੇਸ਼ਨ ਗੋਈ ਕੰਪਲੀਟ ਹੋ ਗਈ ਸਰ। ਉਹ ਬੰਦਾ ਮੀਨ ਕਿ ਤੁਸੀਂ ਉਹਦੇ ਡਿਫਰੈਂਟ ਮੀਨਿੰਗ ਲੈ ਜਾਓਗੇ, ਤਜ਼ਾਦ ਲੈਣੇ। ਤੁਸੀਂ ਗੱਲ ਤਾਂ ਸਹੀ ਕਹਿ ਰਹੇ ਹੋ, ਲੇਕਿਨ ਮੈਨੂੰ ਲੈਣੇ ਨਹੀਂ ਚਾਹੀਦੇ ਕਿਉਂਕਿ ਉਹ ਕੰਪਲੀਟ ਹੋ ਗਿਆ ਨਾ। ਬੰਦਾ ਆਇਆ ਤੇ ਉਹ ਆ ਗਿਆ, ਉਹਨਾਂ ਨੇ ਕਿਹਾ ਸੀ। ਖੁਦਾ ਤਾਲਾ ਸਾਫ਼ ਕਹਿੰਦਾ ਵਾ ਕਿ ਜਿਹੜੇ ਇਨਸਾਨ ਜਿਹੜੇ ਕੁਰਾਨ ਪਾਕ ਦੇ ਮੀਨਿੰਗ ਜਿਹੜੇ ਆਪਣੇ ਹਿਸਾਬ ਨਾਲ ਲੈਂਦੇ ਹੈਗੇ ਨਾ, ਨਹੀਂ ਸਰ ਕੀ ਸਾਬਿਤ ਕਰਨਾ ਚਾਹ ਰਹੇ ਹੋ ਸਰ, ਮੈਨੂੰ ਸਮਝ। ਅੱਛਾ ਚਲੋ ਉਹ ਠੀਕ ਹੈ, ਤੁਹਾਡੀ ਗੱਲ ਮੈਂ ਮੰਨ ਲੈਣਾ। ਇਹ ਮੈਨੂੰ ਦੱਸੋ ਮਿਰਜ਼ਾ ਸਾਹਿਬ ਦਾ ਜਿਹੜਾ ਮੇਨ ਮਿਸ਼ਨ ਹੈ, ਉਹ ਫਰਮਾ ਰਹੇ ਨੇ ਕਿ ਉਹਨਾਂ ਦੀ ਜ਼ਿੰਦਗੀ ਵਿੱਚ ਕੰਪਲੀਟ ਹੋਣਾ ਹੈ, ਤੇ ਉਹ ਦੋ ਬੰਦੇ ਸਿਰਫ ਈਸਾਈ ਤੇ ਮੁਸਲਮਾਨ ਹੋਏ, ਉਹਦਾ ਮੈਂ ਕੀ ਕਰਾਂ? ਹਜ਼ੂਰ ਦੇ ਤੇ ਅਸੀਂ ਵੇਖ ਰਹੇ ਲੱਖ ਤੋਂ ਜ਼ਿਆਦਾ ਬੰਦਾ ਹਜਤੁਲ ਵਿਦਾ 'ਚ ਬੈਠਾ ਹੈ। ਮੈਂ ਵੀ ਗੱਲ ਸਮਝਾਣਾ। ਦੇਖੋ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਕਿਹਾ ਕਿ ਅੱਜ ਜਿਹੜਾ ਦੀਨ ਮੁਕੰਮਲ ਹੋ ਗਿਆ, ਇਹੀ ਕਿਹਾ ਸੀ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਜੀ, ਦੀਨ ਕਾਮਲ ਹੋ ਗਿਆ, ਮੁਕੰਮਲ ਹੋ ਗਿਆ, ਕਿਹਾ ਸੀ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ ਜੀ। ਫਿਰ ਇਹਨੇ ਫਿਰਕੇ ਕਿਸ ਤਰ੍ਹਾਂ ਬਣ ਕੇ ਮੈਨੂੰ ਦੱਸੋ? ਉਹ ਉਸ ਤੇ ਵੀ ਅਸੀਂ ਜਾਵਾਂਗੇ। ਨਹੀਂ ਹੁਣ ਮੈਨੂੰ ਤੁਸੀਂ ਉਸ ਤੇ ਵੀ ਅਸੀਂ ਜਾਵਾਂਗੇ, ਉਹ ਅਗਲੀ ਬੱਸ ਹੈ। ਨਹੀਂ ਮੈਨੂੰ ਇਸ ਗੱਲ ਦਾ ਜਵਾਬ ਦੇਣਾ ਹੈ ਤੁਸੀਂ, ਫਿਰ ਕਿਸ ਮੈਂ ਦੇਵਾਂਗਾ
ਉਧਾਰ ਥੋੜਾ ਜਿਹਾ ਉਧਾਰ ਵੀ ਰੱਖੋ ਨਾ ਮੇਰੇ ਨਾਲ, ਤੁਸੀਂ ਸ਼ਫਕਤ ਕਰਦੇ ਹੋ ਮੇਰੇ ਤੇ, ਥੋੜਾ ਜਿਹਾ ਉਧਾਰ ਰੱਖੋ। ਹੁਕਮ ਕਰੋ, ਮੈਂ ਤੁਹਾਨੂੰ ਸੁਣਾਂ। ਜੀ ਸ਼ਾਦ ਸਾਹਿਬ ਜੀ। ਮੈਂ ਤੇ ਤੁਹਾਡੀ ਨਹੀਂ, ਮੈਂ ਤੇ ਜੇ ਫੇਵਰਟ ਭਾਈ ਬਣਿਆ ਹੁੰਦਾ ਨਾ ਤੇ ਤੁਹਾਨੂੰ ਹੀ ਨਹੀਂ ਲੰਬੀ। ਮੈਂ ਤੁਹਾਨੂੰ ਪਤਾ ਹੈ ਫੇਵਰਟ ਬਾਈ ਮੈਨੂੰ ਕਿਉਂ ਚੰਗੇ ਲੱਗਦੇ ਨੇ, ਉਧਾਰ ਰੱਖਦੇ ਨੇ ਮੇਰੇ ਨਾਲ। ਮੈਂ ਫੇਵਰਟ ਭਾਈ ਤੇ ਇੱਕ ਮਿੰਟ, ਮੈਂ ਜਿੰਨੀ ਲੰਬੀ ਗੱਲ ਕਰਨਾ ਫੇਵਰਟ ਭਾਈ ਇੰਨੀ ਲੰਬੀ ਗੱਲ ਨਹੀਂ ਕਰਦੇ ਕਦੀ ਵੀ। ਮੈਂ ਉਹਨਾਂ ਨੂੰ ਬੜਾ ਸੁਣਨਾ ਫੇਵਰਟ ਭਾਈ। ਵੈਸੇ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਛੋਟੀ ਜੀ, ਦੇਖੋ ਸੁਪਰੀਮ ਕੋਰਟ ਦਾ ਜੱਜ ਹੋਵੇ ਜਾਂ ਮਕਸਦ ਹੈ ਸਿਵਲ ਕੋਰਟ ਦਾ ਜੱਜ ਹੋਵੇ, ਉਹ 40 ਸਫ਼ਿਆਂ ਦਾ ਫੈਸਲਾ ਲਿਖਦੇ, 400 ਸਫ਼ਿਆਂ ਦਾ ਫੈਸਲਾ ਲਿਖ ਦੇਵੇ, ਅਖੀਰ ਤੇ ਜਾ ਕੇ ਜਿਹੜੀਆਂ 2 ਲਾਈਨਾਂ ਹੁੰਦੀਆਂ ਨਾ ਉਹਨੂੰ ਕਹਿੰਦੇ ਨੇ ਫਾਈਂਡਿੰਗ। ਉਹ 2 ਲਾਈਨਾਂ ਹੀ ਅਸਲ ਹੁਕਮਰਾਨ ਹੁੰਦੀਆਂ ਨੇ। ਤੇ ਸ਼ਾਨ ਭਾਈ ਜਿਸ ਤਰ੍ਹਾਂ ਫੁਕਰੇ ਭਾਈ ਨੇ ਕਹਿਤਾ ਨਾ ਕਿ ਕੁੱਲੂ ਨਫਸ ਜ਼ਾਇਕਾਤੁਲ ਮੌਤ, ਇਹ ਸਾਰੀ ਇਨਸਾਨੀਅਤ ਵਾਸਤੇ ਫਾਈਂਡਿੰਗ ਆਇਤ ਹੈਗੀ ਹੈ ਯਾਰ। ਮੈਂ ਫੇਵਰਟ ਭਾਈ ਗੱਲ ਤੇ ਮੈਂ ਜੋ ਇਹ ਕਹਿੰਦਾ ਮੰਨਣਾ ਵਾ। ਮੈਂ ਇਹ ਕਹਿੰਦਾ ਲਾ ਨਬੀ ਆਬਾਦੀ, ਮੈਂ ਉਸ ਸੇ ਵੀ ਐਗਰੀ ਹਾਂ ਕਿ ਕੋਈ ਨਬੀ ਲਾ ਨਬੀ ਆਬਾਦੀ, ਕਿ ਨਬੀ ਪਾਕ ਸੱਲਮ ਦੇ ਬਾਅਦ ਕੋਈ ਨਬੀ ਨਹੀਂ ਆਏਗਾ। ਮੈਂ ਉਹ ਉੱਥੇ ਵੀ ਨਸ ਜਾਂਦੇ ਸਾਰੇ ਮੌਲਵੀ, ਉਹ ਕਹਿੰਦੇ ਨਹੀਂ ਨਵਾਂ ਨਹੀਂ ਆ ਸਕਦਾ, ਪਿਛਲਾ ਆਏਗਾ, ਫਿਰ ਕਿਸ ਲਾ ਨਬੀ ਆਬਾਦੀ ਬਣ ਸਕਦਾ। ਸਰ ਮੈਂ ਅਰਜ਼ ਕੀਤੀ ਨਾ ਕਿ ਫਾਈਂਡਿੰਗ ਜਿਹੜੀ ਨਾ ਕੁਰਾਨ ਮਜੀਦ ਵਿੱਚ ਇਨਸਾਨ ਦੀ ਹਯਾਤ ਦੀ, ਉਹ ਫਾਈਂਡਿੰਗ ਆਇਤ ਇਹੀ ਹੈਗੀ ਹੈ। ਜਿੰਨਾ ਵੀ ਸਾਰਾ ਕੁਰਾਨ ਮਜੀਦ ਅਲਹਮਦੁਲਿਲਾ, ਜਿੰਨੀਆਂ ਵੀ ਸੂਰਤਾਂ ਨੇ, ਜਿੰਨੇ ਵੀ ਹਰੂਫ ਨੇ, ਉਹਨਾਂ 'ਚ ਇਨਸਾਨ ਦੀ ਹਯਾਤ ਦੇ ਉੱਤੇ ਦੇਖੋ ਖੁਦਾ ਫਾਈਂਡਿੰਗ ਜਿਹੜੀ ਹੈ ਉਹ ਇਹੀ ਹੈ ਕਿ ਕੁੱਲੂ ਨਫਸੁ ਜ਼ਾਇਕਾਤੁਲ ਮੌਤ। ਬਸ ਦੇਖੋ ਮੈਂ ਇੱਕ ਸ਼ਾਨ ਭਾਈ ਤੁਹਾਨੂੰ ਇੱਕ ਗੱਲ ਸਮਝਾਉਣਾ ਚਾਹੁੰਦਾ। ਖੁਦਾ ਤਾਲਾ ਕਹਿੰਦਾ ਵਾ ਕਿ ਜਿਹੜਾ ਉਹ ਕੀ ਕਹਿੰਦੇ, ਕਿਸ ਤਰ੍ਹਾਂ ਤੁਸੀਂ ਉਹ ਕਹਿੰਦੇ ਉਸ ਗੱਲ ਨੂੰ, ਤਕੱਬਰ, ਉਹ ਸਿਰਫ ਖੁਦਾ ਤਾਲਾ ਦੀ ਜ਼ਾਤ ਨੂੰ ਆ। ਜਿਹੜੇ ਉਹਨੂੰ ਮੰਨਦੇ ਹੋ ਸਾਰੇ ਉੱਥੇ ਜਾ ਕੇ ਮੱਥਾ ਟੇਕ ਦੇਗੇ। ਖੁਦਾ ਤਾਲਾ ਦੀ ਜ਼ਾਤ ਹੈ। ਤਕੱਬਰ ਸਿਰਫ ਅੱਲਾਹ ਤਾਲਾ ਅੱਲਾਹ ਤਾਲਾ ਜ਼ਾਤ ਕਰ ਸਕਦੀ, ਉਹ ਕੋਈ ਵੀ ਨਹੀਂ। ਇਹ ਜਿਹੜੇ ਮਹਿਜ਼ ਗੱਲਾਂ ਕਰਦੇ ਨਾ, ਹੁਣ ਦੇਖੋ ਤੁਸੀਂ ਰਸਤੇ ਕੋਈ ਅਗਰ ਇੱਥੇ ਦਿਮਾਗ ਰੱਖਦਾ ਹੋਇਆ ਬੰਦਾ ਹੋਇਆ ਨਾ, ਉਹ ਕਦੇ ਵੀ ਯਕੀਨ ਨਹੀਂ ਲੈ ਕੇ ਇਹਨਾਂ ਗੱਲਾਂ ਤੇ। ਜਿਹੜੇ ਤੁਸੀਂ ਮੈਚ ਕਾਰਟੂਨ ਬਣਾ ਕੇ ਨਾ ਇੱਕ ਚੀਜ਼ਾਂ ਨੂੰ ਪੇਸ਼ ਕਰਦੇ ਹੋ। ਸ਼ਾਨ ਭਾਈ ਸੌਰੀ ਮੈਂ ਗੱਲ ਕਰ ਰਿਹਾ ਕਿ ਕਦੀ ਤੁਸੀਂ ਇੰਜ ਕਹਿੰਦੇ ਹੋ, ਕਦੀ ਤੁਸੀਂ ਦੇਖੋ ਇੱਕ ਗੱਲ ਤੇ ਪੱਕਾ ਰਹੋ, ਕਦੀ ਤੁਸੀਂ ਇਹ ਕਹਿੰਦੇ ਹੋ ਕਿ ਲਾ ਨਬੀ ਆਬਾਦੀ, ਕਿ ਕੋਈ ਨਬੀ ਨਹੀਂ ਆਏਗਾ, ਫਿਰ ਤੁਸੀਂ ਕਹਿੰਦੇ ਹੋ ਪੁਰਾਣਾ ਆ ਸਕਦਾ, ਨਵਾਂ ਨਹੀਂ ਆਏਗਾ। ਪੁਰਾਣਾ ਉਹ ਨਬੀ ਆਏਗਾ ਜਿਹਨੂੰ ਕੁਰਾਨ ਕਹਿ ਰਿਹਾ, ਤਸਦੀਕ ਕਰ ਰਿਹਾ ਕੁਰਾਨ ਇਸ ਗੱਲ ਦੀ ਕਿ ਉਹ ਬਨੀ ਇਸਰਾਇਲ ਵਾਸਤੇ ਮੈਂ ਭੇਜਿਆ ਗਿਆ। ਉਹਨੂੰ ਕੁਰਾਨ ਦੀ ਤਾਲੀਮ ਹੀ ਨਹੀਂ ਹੈਗੀ, ਉਹ ਕਿਸ ਤਰ੍ਹਾਂ ਆ ਕੇ ਕੁਰਾਨ ਤੁਹਾਨੂੰ ਸਮਝਾ ਦੇਗਾ। ਮੈਂ ਇੱਕ ਐਸੀ ਗੱਲ ਕਰਦੇ ਹੋ ਜਿਹੜੀ ਦਿਮਾਗ ਹੀ ਜਿਹੜੀ ਇੱਕ ਤੁਹਾਨੂੰ ਇਹ ਦੇਖੋ, ਤੁਸੀਂ ਇੱਕ ਕਿਤਾਬ ਹੀ ਨਹੀਂ ਪੜ੍ਹੀ ਤੇ ਤੁਸੀਂ ਕਿਸ ਤਰ੍ਹਾਂ ਉਹਦੀ ਤਾਲੀਮ ਦੇ ਦੋਗੇ। ਸ਼ਾਨ ਭਾਈ ਬਹੁਤ ਖੂਬ। ਮੈਂ ਅਰਜ਼ ਆਈ ਕਰ ਰਿਹਾ, ਤੁਸੀਂ ਕਹਿੰਦੇ ਹੋ ਹਜ਼ਰਤ ਈਸਾ ਦੇ ਬਾਰੇ ਚ ਉਹ ਬਨੀ ਇਸਰਾਈਲ ਦੇ ਨਬੀ ਸਨ, ਉਹ ਕਹੋ ਤੁਸੀਂ ਫੌਤ ਹੋ ਗਏ ਨੇ, ਮੈਂ ਕਹਿਣਾ ਫੌਤ ਹੋ ਗਏ। ਤੁਸੀਂ ਕਹਿੰਦੇ ਹੋ ਮੈਂ ਫੁਕਰ ਸਾਹਿਬ ਉਹ ਕੁਰਾਨ ਸ਼ਰੀਫ ਤੋਂ ਹੀ ਨਾ, ਤੁਸੀਂ ਕਹਿੰਦੇ ਹੋ ਫਿਰ ਆਣਗੇ ਨਹੀਂ ਆਣਗੇ, ਮੈਂ ਕਹਿੰਦਾ ਉਹ ਵੀ ਮੈਂ ਮੰਨਣ ਨੂੰ ਤਿਆਰ ਹਾਂ। ਅੱਜ ਮੈਂ ਤੁਹਾਡੀ ਸਾਈਡ ਤੇ ਹਾਂ। ਮੈਨੂੰ ਸਿਰਫ ਆਸਾਨੀ ਇਹ ਕਰ ਦਿਓ ਕਿ ਜਿਹੜਾ ਮਿਰਜ਼ਾ ਸਾਹਿਬ ਇੱਕ ਮਿਸ਼ਨ ਸਟੇਟਮੈਂਟ, ਇੱਕ ਅਜ਼ੀਮ ਹਸਤੀ ਆਪਣਾ ਮਿਸ਼ਨ ਦੱਸ ਰਹੀ ਹੈ, ਤੇ ਮੈਂ ਫੇਵਰਟ 49 ਸਾਡੇ ਜੱਜ ਨੇ, ਠੀਕ ਹੈ, ਉਹਨਾਂ ਨੂੰ ਸਾਬਿਤ ਕਰੋ ਕਿ ਮਿਰਜ਼ਾ ਸਾਹਿਬ ਨੇ ਇਹਦੇ ਜਿਹੜਾ ਆਪਣਾ ਮਿਸ਼ਨ ਦੱਸਿਆ ਸੀ ਇਲਤ ਗਾਈ, ਉਹ ਪੂਰੀ ਕੀਤੀ ਕਿ ਨਹੀਂ। ਉਹਨਾਂ ਨੇ ਵੀ ਕੋਈ ਖੁਤਬਾ ਹਜਤੁਲ ਵਿਦਾ ਦਿੱਤਾ ਸੀ, ਉਸ ਵਿੱਚ ਵੀ ਕੋਈ ਲੱਖ ਬੰਦਾ ਬੈਠਾ ਹੈ ਸੀ, ਉਹਨਾਂ ਨੂੰ ਦੱਸਿਆ ਸੀ ਕਿ ਭਾਈ ਮੈਂ ਮੈਜੋਰਿਟੀ ਜਿਹੜੀ ਹੈ ਉਹਨਾਂ ਨੂੰ ਆਪਣਾ ਪੈਗਾਮ ਪਹੁੰਚਾ ਕੇ ਤੁਹਾਨੂੰ ਈਸਾਈ ਤੋਂ ਮੁਸਲਮਾਨ ਕੀਤਾ ਕਿ ਨਹੀਂ। ਅੱਗੋਂ 3 ਵਾਰੀ ਉਹ ਕਹਿ ਦੇਣ ਤੇ ਚੌਥਾ ਬੰਦਾ ਮੈਂ ਵੀ ਹੋਵਾਂਗਾ ਕਿ ਮਿਰਜ਼ਾ ਸਾਹਿਬ ਜਿਹੜੇ ਨੇ ਨਾ ਉਹ ਸੱਚੇ ਸਨ। ਹੁਣ ਇੱਕ ਹਦੀਸ ਹੈ ਕਿ 72 ਜਿਹੜੇ ਜਨਮੀ ਹੋਣਗੇ ਤੇ ਇੱਕ ਜਿਹੜਾ ਨਾਰੀ ਹੋਏਗਾ। 72 ਜਿਹੜੇ ਗਏ ਉਹ ਜਹੰਨਮ ਵੀ ਜਾਣਗੇ ਤੇ ਇੱਕ ਫੁਕਰੇ ਸਾਹਿਬ ਉਹ ਮੇਰਾ ਉਧਾਰ ਸੀ ਨਾ ਬਾੜ। ਦੇਖੋ ਮੈਂ ਹੁਣ ਗੱਲ ਉਹ 72 ਤੇ ਇੱਕ ਕਿੰਨਾ ਫਰਕ ਹੈਗਾ ਦੱਸੋ ਸ਼ਾਮ। मैं फिक्रे वो जो फिरके ने वो मैं ज़रा कमज़ोर सब्जेक्ट है मेरा, उत्थे ना वो अगली बास्ते करांगे। नहीं मैं गल दसा कि देखो 73 है, लेट्स से 73 है सारे, ते देखो 72 ਜਿਹੜੇ ਜਨਮੀ ਹੈਗੇ ਤੇ ਇੱਕ ਜਿਹੜਾ ਨਾਰੀ ਹੈ। ਤੁਸੀਂ ਮੇਰੇ ਜੱਜ ਨੂੰ ਦੱਸੋ ਕਿ ਮਿਰਜ਼ਾ ਸਾਹਿਬ ਨੇ ਆਪਣਾ ਮਿਸ਼ਨ ਕੰਪਲੀਟ ਕੀਤਾ ਕਿ ਨਹੀਂ। ਇਹ ਮੇਰੀ ਆਸਾਨੀ ਕਰੋ। अस्सलाम वालेकुम भाइयों। हाँ मैं नबी देखो कुरान पाक भी एक है जी यार भाई करते हो बात है काम पर जाना उससे बाद कुछ सॉरी बात कर ले, मैं पिक करता हूँ। जी हेलो अस्सलाम वालेकुम। वालेकुम सलाम।
بھائی میں عبد الحمید ہوں، میں بیلجیم میں رہتا ہوں. میرا آپ سے یہ کویشچن ہے، یہاں اٹلی میں ایک پوپ ہے، وہ بھی کلیم کرتا ہے کہ میں مسایا ہوں. اب میں آپ والے میں یقین کروں یا اس میں کروں؟ جس طرح آپ کا دل مانتا ہے میرا بھائی. نہیں، ایک ایگزامپل لے رہا ہوں. تو ایسے تو فیک مسایا بیلجیم میں بھی ایک گھوم رہا ہے، یہاں پہ ہالینڈ میں بھی ہے، اور اٹلی کا پوپ بھی ایک مسایا بنا ہوا ہے، اور پھر ہمارے پاکستان میں بھی ایک آیا ہوا ہے. سو آپ کا 4-5 تو نام کیا یہیں آ ہے؟ چکے ہیں. مطلب آپ کو میں بلو کہہ سکتا ہوں میرا بھائی؟ عبد الحمید میرا نام ہے. جی عبد الحمید میرا نام ہے. اچھا عبد الحمید بھائی، کئی تو لوگ تو پتھروں کے بنا کے خدا مانتے ہیں. وہ کہتے ہیں میں جی اسے مانوں یا اسے مانوں، کسے مانوں میں؟ تو آپ بتا دیں کسے. صحیح. پتھروں کا تو ہم سب کو پتہ غلط ہے. وہ کوئی بھی ایک تو پھر کہہ آپ رہا کا میں آپ دماغ اس چیز کو مانتا ہے نا. دیکھیں پھر آپ ان کی باتیں بھی سمجھیں. اگر جی آپ کو اتنا پتا ہے کہ پتھروں کا خدا غلط ہے، ہوں. تو پھر آپ ان کی باتیں سمجھیں کہ کیا باتیں کرتے ہیں. تو جس طرح آپ کا میں سمجھتا ہوں بھائی، میں نے بائبل اسٹڈی کی ہوئی ہے، میرے یہاں پہ لٹریچر تھا، بائبل میں ایگزامز دیے میں نے اپنی یونیورسٹی میں یہاں بیلجیم میں. بائبل کا فرسٹ سیکنڈ تھرڈ ورژن تینوں میں نے کمپلیٹ یاد کیے ہیں میں زبانی. میری بات سننے کے میرا بھائی جی کہ نہیں. اب آپ نے میرے سے سوال کیا میرا بھائی، میرا جواب تو سننا ہے پورا. اچھا سوری سیٹ ہے. میں نے یہی آپ کو کہا کہ لوگ کئی ہندو ہیں پتھروں کی مورتیاں بنا کے کہتے ہیں وہ یہ خدا ہے، نعوذ باللہ. ٹھیک ہے نا، ان کا ایمان ہے، انہیں تب بھی ملتا ہے. کیونکہ خدا جو ان سا وہ رب العالمین ہے، سب کو رب ہے. وہ سب کو دیتا ہے. وہ جو کہتا ہے کہ جس طرح کا گمان کرتے ہو میں اس طرح آپ کو پیش کرتا ہوں. پیش آتا ہے، وہ سب کو دیتا ہے ہر چیز. تو بات یہ ہے کہ آپ جو سا پاپ کہہ رہے ہیں نا، یہاں پہ بھی وہاں پہ، آپ سب کی باتیں سمجھیں. اگر آپ ذہن رکھتے ہیں تو اللہ تعالیٰ ہدایت دے آپ کو، تو آپ سمجھ لیں گے کیا سچ ہے کیا جھوٹ ہے. صحیح. تو میں اپنی طرف سے وہی تو سمجھ رہا ہوں کہ یہ لوگ سارے جھوٹ ہیں. یہ لوگ ہمیں ایک ایسی راہ پہ لے کے جا رہے ہیں جہاں ہم لوگوں کو ایز اے مسلمس نہیں جانا چاہیے. کرسچینٹی کے ساتھ یہی سب کچھ ہو چکا ہے، اور کرسچینٹی اس وجہ سے تباہ ہوئی ہے پوری کی پوری. یہاں پہ اب دیکھ لیں جیسے ہمارے یہاں چل رہا ہے. لیے سوری آئے ہیں کہ سوال بتانے کے لیے آئے ہیں؟ مجھے یہ بتانے ہیں. سوری میں آپ کی بات آواز کٹ گئی تھی، میں سمجھا نہیں. میں نے کہا آپ ہمیں اگر سمجھانے کے لیے آئے تو آپ کے آرام سے بیٹھ کے بات سن لیتے ہیں. سر ہر کسی کے ویو ہیں، میں اپنا ویو بیان کر رہا ہوں، آپ اپنا کر رہے ہیں. ایسے ہی سمجھوں گا میں بھی، ایسے ہی آپ بھی سمجھیں گے. یہی تو طریقہ سیکھنے کا. جی میرا صرف سوال یہی ہے کہ کیسے آپ اس کو کانگریجیٹ کر سکتے ہو کہ آپ جو کہہ رہے ہیں مرزا وہ مسایا ہے، یہ یہاں پہ جو بیٹھے ہیں یہ لوگ مسایا ہے. کیسے آپ 100% شور کر سکتے ہو اس بات کو؟ یہی تو میں نے آپ کہا کہ ان کی چیزیں پڑھیں آپ. تو پڑھیے. دیکھیں آپ مجھے بتائیں، جی حقیقی بات سنیں، آپ حقیقی خدا کو کہاں سے ڈھونڈتے ہیں؟ کیا مطلب حقیقی خدا کو؟ میری اردو اتنی زیادہ نہیں اچھی. اچھا اوئے، ایک منٹ ہو جائے. خدا جو سا ہے. جی ٹھوکرے بھائی پانی شانی بھی پیو نال، ہر کسی نو دبی کٹی آندے ہو. نہیں میں ایک گل، ایک منٹ جی میں نے گل سمجھا دی کہ خدا کون ہے، کس طرح آپ خدا خدا کو ڈھونڈتے ہیں؟ خدا کوئی بھی نہیں ہے، خدا ایوری تھنگ ہے. خدا تو ایک نور ہے، نہ وہ انسان ہے، نہ وہ زندہ ہے، نہ وہ ملٹی لیٹرل ہے، نہ وہ اس گلیکسی میں، نہ اس گلیکسی سے باہر ہے. خدا تو ہر طرف ہے، خدا یہی تو ہے. تو کون آپ اچھا کو؟ بھائی، ایک نیچے سے بھائی نے اوپر آنا ہے، اگر کوئی بھائی جگہ خالی کر سکے تو. میں جاتا ہوں مجھے واچر بھائی، یہ کوئی بات بات بتائیں، نہیں آپ آپ لے کو لیں. کون یہ بات بتا رہا ہے کہ خدا؟ قرآن ایوری تھنگ میڈ بائی اللہ. ہاں تو یہی کہہ رہا ہوں کہ مرزا صاحب کی آپ کتابیں پوری پڑھیں، پھر آپ صحیح. کوئی ایک مینشن کرے پلیز، ایک دو نام کر میرے کو مینشن کرے تاکہ میں اسٹڈی کرتا ہوں، پھر آپ سے ایک اور بار بات ہوگی. وہ جتنی کتابیں نا جب تک آپ پوری نہیں پڑھ سکتے کبھی آپ. اس بھائی شور آ رہا ہے، ذرا میوٹ کر لیں. آپ پھر بھی کوئی ایک آدھ نیم تو مینشن کریں نا، میں وہاں سے شروع کروں جو آپ کے لحاظ سے مجھے بیسٹ دکھائے گی. میں عرض کر دیتا ہوں. جی بولیں. مرزا صاحب کی کتاب ہے نجم الہدا، وہ اوکے 150 صفحے کی ہے، لیکن اگر پوری کتاب کا حساب لگائیں تو وہ 15-20 صفحے کی ہوگی. تو اس میں صحیح ہے. آپ کو صرف آدھا گھنٹہ ساری کتاب پڑھنے میں لگے گا. اچھا نجم ال کیا تھا؟ سوری نجم نجم الخدا. الخدا. میں امازون سے آرڈر کر سکتا ہوں آن لائن وغیرہ؟ نہیں، گوگل میں جائیں، روحانی خزائن کا وہ آپ دیں تو پی ڈی ایف سارا آ جائے گا اس میں. اوکے ٹھیک ہے. صحیح ہے. یو آر مسلم؟ 82 بکس ہیں. جی میں مسلم ہوں. سو ہاؤ یو بیکم مسلم؟ اور پیدا ہوا میں مسلم. سو بورن.
बहुत माजर के साथ फिर मैं सिर्फ 30 सेकंड लूंगा, गाड़ी चला रहा हूँ, शोर होगा, गाड़ी खड़ी की है मैंने। भी ले आओ तो जरूरत है जी अपना प्यारे भाई अभी जो सवाल कर रहे थे आपके सामने दो दावेदार हैं। पहली बात तो ये है कि जो दावेदार है वो किसकी तरफ से है, उसका दावा क्या है। वो कहता है कि मुझे अल्लाह ने खड़ा किया है। प्यारे भाई आप जवाब दें, आप दूसरे जो दावेदार है आपके सामने, क्या उसका ये दावा है कि मैं खुदा की तरफ से हूँ? ऑफ कोर्स पोप बोल ही यही रहा ना, पोप है कौन? खुदा का बंदा। वो लोग कहते हैं कि जो इटली में बैठा हुआ है रोम में इस वक्त, वो कहता है ये खुदा की तरफ से मैं आया हूँ, मैं मसाया हूँ, स्पेशली द न्यू वन। आप मुसलमान हैं? आप मुसलमान हैं? जी अल्हम्दुलिल्लाह, मैं सैयद अब्दुल हमीद शाह मेरा पूरा नेम है। जी प्यारे भाई आपको परखने का बहुत ही आसान तरीका है। आप मुसलमान हैं तो आप अपनी किताब में ढूंढें, मैं आपको बता देता हूँ, सूरह अल-हाक्का आयत नंबर 45। ओके ठीक है, मेरा ख्याल है कि आयत में आगे पीछे तो नहीं कर रहा, कोई दोस्त मेरी तस्हीह करते। उसमें अल्लाह ताला अपने प्यारे नबी, मैं अपने अल्फाजों में बयान कर रहा हूँ, आप इसको रीचेक कर लीजिएगा। जी 100%। अल्लाह ताला ने एक कानून उधर लिख छोड़ा है और वो मुखातिब हैं अपने प्यारे नबी खातमुन नबीन हज़रत मोहम्मद मुस्तफ़ा सल्लल्लाहु अलैहि वसल्लम से कि अगर कोई, अल्लाह ताला मुखातिब है कि अगर कोई मेरे नाम पर एक भी झूठ बोले तो मैं उसके दाएं हाथ से पकड़ कर उसकी शहरक काट देता हूँ, मतलब उसको पनपने नहीं देता। फिर आप देखें कि दावा क्या था। उसके बाद देखें कि हज़रत मसीह मौऊद अलैहिस्सलाम ने उस वक़्त एक गुमनाम सी बस्ती में खड़े होकर खुदा ताला से खबर पाकर ये ऐलान किया था कि खुदा ताला ने कहा है कि मैं तेरी तबलीग को ज़मीन के किनारों तक पहुंचाऊंगा। आज मुझे आप ज़मीन का कोई किनारा दिखा दें जहां वो उनका पैगाम जो हकीकी इस्लाम है वहां ना पहुंचा हो। आप गूगल करके देख लें प्यारे भाई, 212 कोनों से मुराद कोई दरमियानी जगह नहीं है, 212 ममालिक में पैगाम पहुंच रहा है। 12 टीवी चैनल थ्रू आउट पूरी दुनिया में 24/7 चल रहे हैं। 80 जुबान से ज़्यादा कुरान पाक के तराजम शाया हो चुके हैं। और आप ये देखिए कि छोटा सा प्लेटफार्म है ये टिकटॉक, बहुत मामूली प्लेटफार्म है। इवन कि हम जो नॉर्मल लोग हैं काम शाम करने वाले वो इसको इस्तेमाल करते हैं। हमारे जो स्कॉलर हैं या जो दूसरे लोग हैं वो कमो पेश इधर आते हैं, लेकिन आप देखें कि इधर से भी वो पैगाम नशर हो रहा है। आप पहले परखें, दावा देखें, उसको आप अपनी किताब से परखें और सबसे बेहतरीन है जो भेजने वाला है उससे पूछें। मेरी बात समझ आई है? हमारे एक बड़े प्यारे भाई ने आज ही ये बात की और मुझे बड़ी पसंद आई और मैं चाहता हूँ कि उस बात को मैं आप तक भी पहुँचाऊँ कि आप फिर उससे जवाब मांगें जिसने भेजा है। वो दावा क्या है कि मुझे अल्लाह ने भेजा है। एक मैंने कानून आपको बता दिया कि अल्लाह ताला ने कुरान पाक में क्या कानून लिखा है सच्चे को परखने के लिए और उसको परखने के लिए जिसका दावा खुदा के साथ मंसूब हो, जो ये कहे कि मुझे खुदा ने भेजा है। तो जिसने भेजा है उसकी बात को देख लें एक बात, फिर आप दुआ करें, जिसने भेजा है उसी से दुआ करें कि ए अल्लाह, आपने मेरे सामने ये मैं दो राय पे खड़ा हो गया हूँ, आप मुझे सीधा रास्ता दिखाओ। तो आप अपने खुदा से मांगो। अल्लाह ताला तो कहता है उदूनी अस्तजिब लकुम, मुझे पुकारो मैं जवाब दूंगा। खुदा ताला का वादा है, तो आप पुकारे वो जवाब देगा। असूल मैंने बता दिया है कि कुरान पाक में अल्लाह ताला ने अपने सच्चे के बारे में ये असूल कायम कर दिया है। अब देखें ना, इसी तरह जब एक मिसाल में और देता हूँ, जब जंगे खंदक थी तो खंदक खोदी जा रही थी तो उस वक़्त एक पत्थर आ गया, मैं अपने अल्फाज में शार्ट करके बताऊंगा। खंदक के दरमियान एक पत्थर हायल हो गया तो हुज़ूर सल्लल्लाहु अलैहि वसल्लम तशरीफ़ लाए और कुदाल उठा के उस पर ज़रबे लगाने लगे तो उससे ना चिंगारी निकलती थी।
तो आप मुस्कुराते थे। तो फिर सहाबा ने पूछा, 3 दफ़ा ये अमल हुआ, सहाबा ने पूछा कि ये क्या था? तो प्यारे नबी ने उनको बताया कि मुझे ये बताया गया जब पत्थर पे चोट लगाता था तो मुझे इलाके दिखाए गए कि ये इलाका भी मुसलमानों की मुसलमान इसको फतह करेंगे, ये सल्तनत भी मुसलमान फतह करेंगे, ये सल्तनत भी करेंगे। तो 3 मुख्तलिफ इलाके दिखाए गए। तो उस वक्त देखें कि हालत क्या थी, पेटों पे पत्थर बांधे हुए और पता नहीं है, खौफ व हरास हर तरफ फैला हुआ। एक बका की जंग थी जिसमें चुने जा रहे थे कि कौन कौन इस जंग में हिस्सा ले सकता है। ये हालात थे। तो उस वक्त खुदा ताला अपने प्यारे को ये खबर दे रहा था कि मैं तुम्हें दुनिया में सरखुरू करूंगा। तो ये देखिए ना, ये खुदाई वादे होते हैं जो पूरे होते हैं और दुनिया देखती है। और भी बहुत सर सारी पर निशानियां। सॉरी मैं आपको डिस्टर्ब कर रहा हूँ, पर सर जैसे मैं- आप कह रहे हैं वैसे तो इलियास मैं- कादरी भी बड़ा फेमस है, मोर देन 100 क्या उसका कंट्रीज में उसका सब क्या कुछ उसका चल रहा दावा है। है क्या उसका दावा है कि मैं खुदा आज नहीं ताला तो कल आ जाएगा भाई, वो तो बाबाओं सर में जी, मानने ये तो वाला है। आप ये बाबों की बात करनी है या कुरान और हदीस की बात करनी है? क्योंकि कुरान और बाबों का हदीस खुदा एंड बाबा एंड एवरीथिंग रिलेटेड टू इस्लाम। क्योंकि बाबों का खुदा और है, बंदों जी, जी। का ये जो कुरान है जो हमारा खुदा है। मुकेश भाई, ये जी जी ये मैं भाई आपको मैं नीचे कर रहा हूँ, मैं नीचे से मैंने एक मिनट बदला देना आपको। मुझे कर रहे हैं, ठीक है। सर मैं भी निकलने लगा, मेरा भी बस काम का टाइम होने लगा। जी करें चले मैं भी जा रहा हूँ, आप लोग अपना ख्याल रखिएगा, इंशाल्लाह वापस मुलाकात होती है, मुझे काम पे जाना है। हमीद साहब जी आपने भाई। वो किताब का नाम नोट कर जी मैंने नोट कर लिया, मैंने ऑलरेडी पीसी पे पीडीएफ भी डाउनलोड कर लिया। चले जज़ाकल्लाह। चले इंशाल्लाह आप लोगों से वापस बात होगी, मैं फॉलो कर रहा हूँ, ठीक है। मोस्ट वेलकम। ओके, अल्लाह हाफिज भाई। अल्लाह हाफ़िज़। जी शान भाई, शान भाई ਮੇਰੀ ਗੁਜ਼ਾਰਿਸ਼ ਹੈ ਫੁਕਰੇ ਸਾਹਿਬ, ਫੇਵਰਟ 49 ਸਾਹਿਬ ਸੋ ਨਾ ਜਾਣ, ਉਹਨਾਂ ਦਾ ਬੜਾ ਗਲਤ ਟਾਈਮ ਤੇ ਅਸੀਂ ਉਹਨਾਂ ਨੂੰ ਜਗਾਇਆ ਹੈ। ਉਹ ਮੇਰੇ ਜੱਜ ਨੇ। ਮੈਂ ਸਿਰਫ ਗੁਜ਼ਾਰਿਸ਼ 1 ਮਿੰਟ ਲਵਾਂਗਾ ਤੁਹਾਡੇ ਕੋਲੋਂ। ਮੈਂ ਆਪਣਾ ਕੇਸ ਪੇਸ਼ ਕਰਦੇ ਹਾਂ ਕਿ ਮਿਰਜ਼ਾ ਸਾਹਿਬ ਅਗਰ ਮਸੀਹ ਮਊਦ ਸਨ, ਉਹਨਾਂ ਨੇ ਸਲੀਬ ਤੋੜਨੀ ਸੀ ਤੇ ਸਿਰਫ 2 ਬੰਦਿਆਂ ਨੇ ਨਹੀਂ ਉਹਨਾਂ ਤੇ ਈਮਾਨ ਲਿਆਣਾ ਸੀ। ਉਹਨਾਂ ਦੀ ਜ਼ਿੰਦਗੀ ਦਾ ਅਗਰ ਨਬੀ ਹੋਣ ਦਾ ਤੇ ਹਜ਼ਰਤ ਈਸਾ ਦਾ ਦਾਵਾ ਕਰ ਰਹੇ ਨੇ ਤੇ ਕਮ ਅਜ਼ ਕਮ हजरत ईसा की ਜਿਹੜੀ फर्स्ट कमिंग है उसे 70 सवाल कर रहे हो भाई। अच्छा, सिर्फ मिर्जा साहब ਦਾ ਮਿਸ਼ਨ ਸਟੇਟਮੈਂਟ ਹੈ। ਮਿਰਜ਼ਾ ਸਾਹਿਬ ਦੀ ਮਿਸ਼ਨ ਸਟੇਟਮੈਂਟ ਉਹਨਾਂ ਦੀ ਜ਼ਿੰਦਗੀ ਪੂਰੀ ਨਹੀਂ ਹੋਈ, ਇਹ ਮੈਂ ਅਰਜ਼ ਕਰ ਰਿਹਾ। देखो मेरी गल तो सुनो। देखो फुकरा भाई बिल्कुल सही गल कर रहे हैं, ਇਹਦੇ ਕੋਈ ਐਸੀ ਵੈਸੀ ਗੱਲ ਨਹੀਂ ਹੈਗੀ। ਸਿੰਪਲ ਜਿਹਾ ਇਹਦਾ ਜਵਾਬ ਹੈਗਾ ਕਿ ਹਰ ਨਬੀ ਜਿਹੜਾ ਆਂਦਾ ਇਨਸਾਨੀਅਤ ਦੀ ਭਲਾਈ ਵਾਸਤੇ ਅੱਲਾਹ ਤਾਲਾ ਮਬੂਸ ਕਰਦਾ ਹੈਗਾ। ਸਲੀਬ ਦੀ ਕਮਰ ਕਿਸਾਂ ਤੋੜਨੀ ਹੈ? ਫੇਵਰਿਟ ਬਾਈ ਤੁਸੀਂ ਦੱਸ ਦਿਓ। ਮੈਂ ਉਹੀ ਦੱਸ ਰਿਹਾ ਨਾ, ਜਿਸ ਤਰ੍ਹਾਂ ਰਸੂਲ ਅਕਰਮ ਸੱਲੱਲਾਹੁ ਅਲੈहि ਵਸੱਲਮ ਵੀ ਤੋੜਨ ਨਹੀਂ ਆਏ ਸੀ ਨਾ, ਉਹਨਾਂ ਨੇ ਵੀ ਸਲੀਬ ਵਾਸਤੇ ਤੇ ਦੂਸਰੇ ਵਾਸਤੇ ਹੀ ਆਏ ਸੀ ਨਾ, ਕੋਈ ਨਵੀਂ ਸ਼ਾਇਦ ਨਹੀਂ ਸੀ ਬਣਾਉਣ ਆਏ। ਦੇਖੋ ਸਲੀਬ ਦੀ ਕਮਰ ਇਸਾਂ ਟੁੱਟਦੀ ਹੈ ਜਦੋਂ ਉਹਨਾਂ ਨੇ ਕਿਹਾ ਕਿ ਜਦੋਂ ਹਜ਼ਰਤ ਈਸਾ ਨੂੰ ਉਹਨਾਂ ਨੇ ਕਿਹਾ ਵਫਾਤ ਪਾ ਗਏ ਤੇ ਸਲੀਬ ਟੁੱਟ ਗਈ ਉਸੇ ਟਾਈਮ, ਕਿਉਂਕਿ ਸਲੀਬ ਕਾਇਮ ਹੀ ਉੱਥੇ ਹੈਗੀ ਕਿ ਉਹ ਕਹਿੰਦੇ ਈਸਾ ਜ਼ਿੰਦਾ ਵਾ। ਤੇ ਉਹਨਾਂ ਨੇ ਕਿਹਾ ਕਿ ਈਸਾ ਵਫਾਤ ਪਾ ਗਿਆ ਤੇ ਸਲੀਬ ਸਲੀਬ ਤਾਂ ਟੁੱਟੇਗੀ ਉਹ ਮੁਸਲਮਾਨ ਹੋਣਗੇ, ਈਸਾਈ। ਹਾਂਜੀ, ਤੇ ਉਹ ਵਕਤ ਦੇ ਨਾਲ ਨਾਲ ਹੈ ਇਨਸ਼ਾਅੱਲਾ ਹੋ ਰਹੇ ਨੇ। ਇੱਕ ਮਿੰਟ ਸ਼ਾਨ ਭਾਈ ਯਾਰ ਮੈਨੂੰ ਥੋੜੀ ਜਿਹੀ ਗੱਲ ਕਰਨ ਦੇ। ਸ਼ਾਨ ਵੀ ਨਹੀਂ ਮਿਰਜ਼ਾ ਸਾਹਿਬ ਨੇ ਵੇਖੋ ਮੇਰੀ ਰਹਿਨੁਮਾਈ ਕਰ ਰਹੇ ਨੇ। ਮਿਰਜ਼ਾ ਸਾਹਿਬ ਉਹ ਫਰਮਾ ਰਹੇ ਨੇ ਮੇਰੀ ਜ਼ਿੰਦਗੀ ਦਾ ਮੇਨ ਗੋਲ ਹੈ ਕਿ ਮੈਂ ਸਲੀਬ ਤੋੜਨਾ ਆਇਆ। ਮੈਂ ਤੇ ਤੁਸੀਂ ਬੈਠੇ ਹੋ ਨਾ ਸਾਰਾ ਦਿਨ ਅਸੀਂ ਸਟੂਲ ਲਾਉਂਦੇ ਰਾਂਗੇ। ਮੈਂ ਤੁਹਾਨੂੰ ਤੁਹਾਡੀ ਮਿਹਰਬਾਨੀ ਹੈ ਨਾ, ਇਹ ਤਾਂ ਤੁਹਾਡੀ ਮਿਹਰਬਾਨੀ ਹੈ। ਸ਼ਾਨ ਭਾਈ ਦੇਖੋ ਸਲੀਬ ਦੀ ਕਮਰ ਉਸੇ ਟਾਈਮ ਹੀ ਟੁੱਟ ਗਈ ਜਦੋਂ ਉਹਨਾਂ ਨੇ ਦਾਵਾ ਕੀਤਾ ਈਸਾ ਵਫਾਤ ਪਾ ਗਿਆ, ਕਿਉਂਕਿ ਸਲੀਬ ਪੂਰੀ ਕਾਇਮ ਹੀ ਈਸਾ ਤੇ ਸੀ। ਬਹੁਤ ਖੂਬਸੂਰਤ, ਬਹੁਤ ਖੂਬ। ਉਹਨਾਂ ਨੇ ਦਾਵਾ ਕੀਤਾ ਕਿ ਈਸਾ ਵਫਾਤ ਪਾ ਗਿਆ ਤੇ ਖਤਮ ਹੋ ਗਈ ਸਲੀਬ। ਬਹੁਤ ਅੱਛਾ। ਦੇਖੋ ਸਲੀਬ ਉਸੇ ਟਾइम ही सलीब की कमर टूट गई। मिर्जा साहब फरमा रहे हैं ईसा परस्ती जो है उसका सतून तोड़ दूंगा, वो सतून टूटे भाई। छोटी सी बात मैंने ऐड करनी है, फुकरे भाई की बात मैंने छोटी सी बात ऐड करनी है। सारे अजीम भाई जी ठीक, बड़े बड़े अच्छे भाई है कैनेडा तो है अमजीन। अजीम भाई बोलो सर जी। जी मुझे कह रहे हैं फुकरे भाई। जी मैं क्या ताड़ी आवाज ही नहीं बड़ी देर दी सर। मैं लिसनर हूं। अच्छा वैसे मैं ਤੁਹਾਨੂੰ ਇੱਕ ਗੱਲ ਦੱਸਾਂ, मैं लिसन करना ज्यादा। बात ये है भाई कि जो उन्होंने फरमाया था ना कि सलीब की कमर तोड़ने आना था उन्होंने, ऐसा ही है शान भाई।
बहुत खूब उन्होंने फरमाया, बिल्कुल आपसे क्लोज हैं, ईसा परस्ती के सतून को तोड़ दूंगा और ईसा बजाय परस्ती। ईसा परस्ती के अच्छा, तौहीद अब मैं फैलाऊंगा। आपको थोड़ी सी, मैं दो ज्यादा बातें नहीं करता, मैं एक दो लाइनर का जो है ना वो बहुत अपनी, अच्छे, अगर आप डाटा के जरिए प्रूव कर दें, जैसे हजरत ईसा फर्स्ट टाइम आए थे तो 72 लोग उन पर ईमान लाए थे। भाई मिर्जा साहब मेरी की बात जिंदगी में सुन, 2 लोग उन पर ईमान लाए हैं। तो वो अब इस आपने तरह देखा डाटा है। के जरिए प्रूव कीजिए ना। हजूर सल्लल्लाहु मैं अलैहि वसल्लम के खुतबा हुज्जतुल विदा में 1 लाख बंदा बैठा हुआ है, तो इस तरह डाटा से प्रूव कर दीजिए, मेहरबानी होगी। मैं प्रूफ नहीं, मैं अपनी जजमेंट देने आया हूँ कि मैं क्या समझाऊं इस बात से। आपकी जो सारी गुफ्तगू है ना, मैं उस पर एक थोड़ा सा ना तबसरा करना चाहता हूँ। बात यह है कि ईसा परस्ती जो है उसके ऊपर तो पूरी मुस्लिम उम्मा जो है ना वो भी लगी हुई है। मिर्जा साहब तो तोड़ने आए थे, लेकिन मुसलमान सारे मिलके उसको उठाने जिंदा करने में लग गए, सारे ही मुसलमान, बजाय इसके कि मिर्जा साहब का साथ देते जो रसूल करीम सल्लल्लाहु अलैहि वसल्लम की सुन्नत को लेके आगे चल रहे थे। वो तो ईसाइयों की मदद को चल पड़े हैं सारे मुसलमान कि नहीं जी हजरत ईसा जिंदा है। तो बेसिकली तो उनको ऑक्सीजन दी ही आप लोगों ने। जो अच्छा ठीक है ईसा परस्ती का ईशान भाई, अकीदा ये है उसको तो मुसलमान ऑक्सीजन दे रहे एमजी हैं। भाई आपने बात अच्छी की है, लेकिन जरा डाटा से प्लीज प्रूव कर दीजिए काइंडली। चैट जीपीटी का दौर है, बड़ी मेहरबानी होगी सर। कहाँ 2 बंदे? भाई मैंने आपको मिर्जा पहले साहब पे 2 मेरे बंदे ईमान ला रहे हैं, हजरत ईसा पे 72 बंदे और हजूर सल्लल्लाहु अलैहि वसल्लम पे नहीं लाख का 12 मजमा 12 बैठा जी हुआ है। 12 हजरत ईसा पे तो 12 थे मेरा ख्याल। हजरत ईसा जो के हवारीन जो उनके डिसाइपल्स थे वो 12 थे, नहीं लेकिन उनकी जिंदगी में 33.5 साल की उम्र पाई हजरत ईसा ने, उनमें 72 लोगों ने उन पे ईमान लाया था। नहीं बिल्कुल सही। जब उन्हें सलीब दी, कोई साथ था उनके? जब हजरत ईसा को सलीब दी गई तो उनके साथ उनके 12 डिसाइपल नहीं थे। जूदस ने उनकी शिकायत लगाई थी कोई भी नहीं था। और उनको 30 चांदी के सिक्कों पे बेच दिया था। अच्छा ईशान भाई, ये रामस्टैन भाई आए हैं, इनकी बात एक नहीं बार नहीं सुन लें, फिर एक ये मिनट नहीं ओ नहीं 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 नहीं, इनकी मैं बहुत इज्जत करता हूँ, मैं इस काबिल नहीं हूँ, मैं अपने आप को इस काबिल नहीं समझता। मैं शान भाई ने गल करनी, अगर मैंने मुदस्सर, फुकरे हाँ भाई मुदस्सर जट साहब हैं ये, फुकरे मैं भाई इनको जानता हूँ, बहुत खूबसूरत गुफ्तगू करते हैं। ओ मैं इनके लेवल का बंदा नहीं, मैं शान बहुत भाई घटिया इंसान हूँ। शान भाई ये अभी मैंने 2-3 दफ़ा आपके ज़ुबान मुबारक से सुना है कि आप फरमा रहे हैं कि मिर्ज़ा साहब की ज़िंदगी में 2 बंदे ईमान लाए, ऐसा ही कहा है ना आपने? जी, अच्छा इस वक्त चूँकि हम ईमान एक लाने से मुराद ये सर ईसाई से वो मुसलमान हुए थे, मिस्टर वेब एंड मिस्टर रिचर्ड। अच्छा तो इसकी तो फिर इस वक्त देखें ना, हम तो ऐसे वो हिस्ट्रीदान है नहीं या इस तरफ सारा सर्कमस्टांसेस तो हम तो लेके नहीं बैठे, हम तो आपकी तरह ऐसे मुझसे ना कोई ऐसे मुरब्बी है ना कुछ हैं, तो इसका डाटा लिया जा सकता है, ऐसी कोई बात नहीं। बहुत खूब, देखिए ना आपने बात की है, मज़ा आया है कि आप कह रहे हैं कि सही है, हम इसके ऊपर बात कर सकते हैं। गुजारिश ये है कि मतलब हज़रत ईसा की पहली ज़िंदगी में 12 डिसाइपल के अलावा टोटल 72 लोग। हजूर की ज़िंदगी में 1 लाख का मजमा हज्जतुल विदा का, मैं आपको सारा बता रहा हूँ। मिर्ज़ा साहब की ज़िंदगी में शान भाई जी शान भाई छोड़ दे सारी चीजें। ठीक है जी। मेरा भाई, मैं आपसे सिंपल सी बात कर रहा हूँ। जब हजरत मोहम्मद सल्लल्लाहु अलैहि वसल्लम पे कुरान पाक जोन सा आया है, नाजल हुआ, तब कितने बंदे यकीन लेके आए? मुझे बताइए। वो तो 23 साल के अरसे में आता रहा है। नहीं देखें, बात देखें, मेयार जोन सा अकड़ का रखें और तकाजा वो रखे हक का, ठीक है ना, हक की बात करें मेरा भाई। तो मुझे बताएं उनके घर वालों के अलावा कौन था उनके साथ? हजरत खदीजा, हजरत अली, हजरत अबू बकर, मतलब यही पहले के अलावा मुसलमान कोई लोग था उनके साथ? हैं। यकीन मानिए कोई भी नहीं, बहुत गरीब गुलाम और इस तरह से थे। मैं देखें यही मैं बात आपको समझाना चाहता हूँ कि देखिए फिर उसके बाद फैला कि नहीं फैला? फैला। उसके बाद फैला है, बिल्कुल फैला है, सही कह रहे हैं आप। हाँ, ये खुदा ताला की शान है, ठीक है ना। तो इस तरह ही हजरत मसीह मौद जब आए थे ना, हम्म, तो जब उन्होंने दावा किया, पहले सारे कहते थे वो सच्चा है। देखिए नबी की देखिए अगर आप कुरान से देखें ना, नबी की अहमियत क्या है, नबी किसे कहते हैं, तो कुरान तस्दीक करता है इस चीज की। तो फिर उसके बाद कुरान वाज़ेह करता है नबी की हैसियत क्या है। तो इसी तरह हजरत मसीह मौद जब आए थे ना, फिर उसके बाद देखने अब कितना फैला जो उन्होंने क्या दावा किया।
जी फुकरे भाई, एक बात मैं भी गुजारिश करना चाहता हूँ शान भाई से। हुक्म करें। शान भाई, आपको तो मुझे अल्हम्दुलिल्लाह ये पता चल गया कि आप माशाल्लाह इल्म में शगफ रखते हैं, और सिर्फ स्पेसिफिक इस्लाम में नहीं, आप और भी अदर रिलीजियस में भी इल्म रखते मैं हैं। तो मुझे आप मेरी अगर मैं कोई गलती हो जाए मुझसे तो मुझे माफ़ कर दें, क्योंकि मैं तो एक आम बंदा हूँ। तो आपको याद होगा कि नबी अकरम सल्लल्लाहु अलैहि वसल्लम ने मुख्तलिफ मुल्कों में अपने वफूद भेजे थे इस्लाम की दावत के लिए। जी तो उसमें एक वफद कैसरो किसरा की तरफ भी भेजा था, ईरान की तरफ। जी तो ईरान वालों ने, आपको पता होगा कि क्या सलूक किया था उस वफद के साथ जो एलची गए थे, कि उनके सरों पे मिट्टी के बोरियों में डाल के लाद दिया था उनके सरों पे, भाई ये ले जाओ हमारी तरफ से, हाँ जी, मिट्टी लै जाओ। मिट्टी लै जाओ। तो ਜਦੋਂ नबी अकरम सल्लल्लाहु अलैहि वसल्लम दे हस्ती मुबारक दे अगे वो बोरे पेश किए गए थे, आप सल्लल्लाहु अलैहि वसल्लम ने की फरमाया सी? कि उन्होंने मतलब ये एक तरह की खुशखबरी है, उन्होंने अपनी ज़मीन हमें दे दी। उन्होंने अपने सरजमीन की कुंजियां हमें दे दी, जी चाबियां, ऐसे ही है। जी तो अभी आपने फरमाया कि मिर्ज़ा साहब की ज़िंदगी में सिर्फ 2 क्रिश्चियन या यार अंग्रेज। वो तो सिंपल जे जवाब सर एक मिनट फुकरे भाई, एक मिनट फुकरे भाई सही जवाब आ रहा है। एक मिनट भाई। तो 2 अंग्रेज अहमदी हुए थे या मुसलमान हुए थे, ऐसे ही बात है। जी तो देखें वो भी कुंजियां ही थी। आज का पूछे कि आज कितने अंग्रेज या क्रिश्चियन जो हैं वो अहमदी हुए हैं? बहुत खूब। मैं आपकी बात मनो अन मान लेता, आप मेरे जज हैं। गुजारिश ये है कि मिर्ज़ा साहब अपनी मिशन स्टेटमेंट में मेन गोल कह रहे हैं कि अगर मैं ऐसा ना हुआ और मर गया तो सब गवाह रहें कि मैं झूठा हूँ। मिर्ज़ा साहब ने सलीब तोड़नी थी जो इंडिया के अंदर। मिर्ज़ा साहब की ज़िंदगी के बारे में मैं एक डाटा पेश करना चाहता हूँ आपकी खिदमत में, कि उस वक़्त मिर्ज़ा साहब की ज़िंदगी में इंडिया में कितनी तादाद थी। पैगाम सुलह लाहौर 1928 का शुमारा है अहमदी हजरात का। वो फरमा रहे हैं कि आज से 150 साल पहले हिंदुस्तान में ईसाइयों की तादाद चंद हज़ार से ज़्यादा नहीं थी, यानी बहुत थोड़े थे। आज वो तरक्की करते करते 50 लाख हो गए हैं। ये मिर्ज़ा साहब के तकरीबन इस दुनिया से जाने के 20 साल बाद ये शुमारा बता रहा है कि मिर्ज़ा साहब से पहले चंद हज़ार से ज़्यादा नहीं थी, और अब वो तरक्की करते करते 20 साल मिर्ज़ा साहब जा चुके हैं दुनिया से, तो 50 लाख हो गए हैं। तो मिर्ज़ा साहब का तो मिशन स्टेटमेंट परेशान कौन सूरत हाल है कि वो नहीं कंप्लीट हुआ सर। अब ये आप और वो फरमा रहे हैं और मदद मेरी मिर्ज़ा साहब कर रहे हैं। बिल्कुल सही है। अगर ये देखें, शान भाई नाराज हो गए मेरे ना। अगर मिर्ज़ा साहब ना होते, फेवरेट भाई एक गल पूछदी शान भाई, मेरी अरे सुनो, सिंपल जी गल, मैं एक सिंपल जी गल पूछ रहा ना शान भाई। जी 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 प्लीज प्लीज याद रखना, मेरे फेवरेट 49 साहब जज ने तो सोहण ना जमन। ਉਹ ਨਹੀਂ ਸੌਂਦੇ, ਉਹਨਾਂ ਦਾ ਰਾਈ ਤੋਂ ਕੱਢ ਕੇ ਅਸੀਂ ਪਟਾਇਆ ਇੱਥੇ ਬਾਹਰ। चलो ਮੈਨੂੰ ਤੇ मेहरबानी। ਦੱਸਾਂ ਮਤਲਬ ਕਿ ਕਿਚਨ 'ਚ ਵਾੜ ਦਿੱਤਾ, ਫਿਰ ਜਿੱਥੋਂ ਮੈਂ ਨਿਕਲਿਆ, ਉਹ ਜਿੱਦ ਕਹਿੰਦਾ ਨਾ ਕਿ ਜਿੱਥੋਂ ਨਿਕਲਿਆ ਸੀ ਉੱਥੇ ਹੀ ਵਾੜ ਦਿੱਤਾ। ਯਾਰ ਮੀਆਂ ਸਾਹਿਬ ਅਸੀਂ ਪਟਾਇਆ, ਮੀਆਂ ਸਾਹਿਬ ਸੌਂਦੇ। ਯਾਦ ਰਵੇ ਇਹ ਹੋਣਾ ਸੀ ਕਿ ਜਦੋਂ ਮਸੀਹ ਮਊਦ ਆ ਜਾਣਗੇ, ਹਜ਼ਰਤ ਈਸਾ ਦੁਬਾਰਾ ਤਸ਼ਰੀਫ ਲਿਆਣਗੇ ਤੇ ਬੱਚੇ ਸੱਪਾਂ ਨਾਲ ਖੇਡਣਗੇ, ਇੰਨਾ ਪਿਆਰ ਮੁਹੱਬਤ ਹੋਗਾ, ਬੱਕਰੀ ਤੇ ਸ਼ੇਰ ਇੱਕੋ ਘਾਟ ਤੋਂ ਪਾਣੀ ਪੀਣਗੇ ਤੇ ਅਸੀਂ ਤੇ ਤੁਸੀਂ ਇੱਕੋ ਟੇਬਲ ਤੇ ਬਹਿ ਕੇ ਖਾਣਾ ਖਾਣਾ ਸੀ। ਜਿਹੜੀ ਕਰ ਰਹੇ ਹੋ ਬਿਆਨ ਕਰੋ ਸ਼ਾਨ ਭਾਈ, ਇਹ ਕਿੱਥੇ ਲਿਖੀ ਹੈ ਮੈਨੂੰ ਦੱਸੋ। हजरत ईसा ने जब दोबारा तशरीफ लाना है उन्होंने बाइबल में जगह जगह जिक्र है। देखो ਇਹਦੀ ਕੋਈ ਹੈ ਤੁਹਾਡੇ ਕੋਲ ਕੋਈ ਦਲੀਲ ਹੈ ਇਹਦੀ? ਇਹਦੀ ਮਤਲਬ ਰੈਫਰੈਂਸ ਦੇਵਾਂ ਇਸਲਾਮੀ ਨੁਕਤਾ ਨਜ਼ਰ ਨਾਲ ਜਾਂ ਈਸਾਈਆਂ ਦੇ? ਨਹੀਂ, ਇਸਲਾਮੀ ਨੁਕਤਾ ਨਜ਼ਰ ਨਾਲ ਕੋਈ ਰੈਫਰੈਂਸ ਦਿਓ ਮੈਨੂੰ। ਅੱਛਾ, ਇਸਲਾਮੀ ਨੁਕਤਾ ਨਜ਼ਰ ਨਾਲ ਮੈਂ ਲੱਭ ਸਕਣਾ। ਉਹ ਮੇਰਾ ਭਾਈ ਸ਼ਾਨ, ਮੈਂ ਸਿਰਫ ਸਿੰਪਲ ਜੀ ਯਾਰ ਦੇਖੋ ਮੇਰੇ ਜਾਨ ਬਹੁਤ ਹੋ ਗਿਆ, ਮੈਂ ਜੀ ਗੱਲ ਕਰਨਾ ਚਾਹਨ ਭਾਈ, ਉਹਦਾ ਕੀ ਮਤਲਬ? ਭਾਜੀ ਗੱਲ ਮੁਕਾਓ, ਮੈਂ ਤੇ ਉਹ ਮੇਰਾ ਦੋਸਤ ਵੇਟ ਕਰਨ ਦੇ, ਅਸੀਂ ਗੱਲ ਕਰਨੀ ਆ। ਸਰ ਜੀ ਅਸੀਂ ਖਮੋਸ਼ੇ ਨੇ, ਤੁਸੀਂ ਗੱਲ ਕਰ ਲਓ। ਸ਼ਾਨ ਭਾਈ ਕੁਨ ਦਾ ਕੀ ਮਤਲਬ ਹੈ ਮੈਨੂੰ ਦੱਸਿਓ। ਕੁਨ ਫਯਕੂਨ ਮਤਲਬ ਅੱਲਾਹ ਤਾਲਾ। ਫਯਕੂਨ ਦੀ ਗੱਲ ਨਹੀਂ ਕੀਤੀ, ਕੁਨ ਦਾ ਕੀ ਮਤਲਬ ਹੈ? ਯਾਰ ਇਹ ਨਵੀਂ ਕਹਾਣੀ ਤੇ ਪੈ ਗਿਆ ਹੈ ਬਾਸ਼ੋ, ਮੇਰਾ ਕੰਪਲੀਟ ਕਰ ਦਿਓ ਮਿਸ਼ਨ ਸਟੇਟਮੈਂਟ ਦਾ, ਫਿਰ ਅੱਗੇ ਚਲਾ ਜਾਵਾਂਗੇ। ਕੁਨ ਦਾ ਕੀ ਮਤਲਬ ਕੀ ਦੱਸੋ। ਮੈਂ ਬਾਸ਼ੋ ਇੰਨਾ ਵੀ ਨਹੀਂ ਇਲਮ ਵਾਲਾ ਜਿਹੜਾ ਤੁਸੀਂ ਸਮਝ ਰਹੇ ਹੋ।
ਚਲੋ ਤੁਸੀਂ ਆਪਸ ਵਿੱਚ ਆਰਾਮ ਨਾਲ ਗੱਲ ਕਰੋ, ਮੈਂ ਤੁਹਾਡੀ ਗੱਲਾਂ ਸੁਣ ਰਿਹਾ ਹਾਂ। ਠੀਕ ਹੈ ਮੈਂ ਫੇਵਰਟ ਭਾਈ ਮੈਨੂੰ ਸਿਰਫ ਇਹ ਗੁਜ਼ਾਰਿਸ਼ ਕਰ ਰਿਹਾ ਕਿ ਮਿਰਜ਼ਾ ਸਾਹਿਬ ਦੀ ਜ਼ਿੰਦਗੀ ਵਿੱਚ ਉਹਨਾਂ ਦਾ ਇੱਕ ਮਿਸ਼ਨ ਸਟੇਟਮੈਂਟ ਸੀ, ਸਿਰਫ 2 ਬੰਦੇ ਇਮਾਨ ਲਿਆਏ ਨੇ ਤੇ ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ 23 ਸਾਲ ਵਿੱਚ ਲੱਖ ਤੋਂ ਜ਼ਿਆਦਾ ਬੰਦਾ ਤਾਂ ਮੁਸਲਮਾਨ ਹੋ ਗਿਆ ਸੀ ਨਾ, ਇੱਕ ਮਿਸ਼ਨ ਤੇ ਪੂਰਾ ਹੋਇਆ ਹੈ ਤੇ ਲੋਕਾਂ ਨੇ ਅਟੈਸਟ ਵੀ ਕੀਤਾ ਹੈ। ਇੱਥੇ ਮਿਰਜ਼ਾ ਸਾਹਿਬ ਦੀ ਤੇ ਜ਼ਿੰਦਗੀ ਤੋਂ ਬਾਅਦ ਕਈ 20 ਫੋਲਡ ਕ੍ਰਿਸਚੈਨਿਟੀ ਵੱਧ ਗਈ ਹੈ ਉਹਨਾਂ ਦੀ, ਤੇ ਸਾਡੇ ਹੀ ਅਖਬਾਰ ਦੱਸ ਰਿਹਾ ਅਹਿਮਦੀਆਂ ਦਾ ਹੀ, ਤੇ ਉਹ ਦੱਸ ਰਹੇ ਨੇ ਕਿ ਜਨਾਬ ਕ੍ਰਿਸਚੈਨਿਟੀ ਤੋਂ ਵੱਧ ਗਈ, ਤੇ ਇਹ ਕੰਪਲੀਟ ਤਾਂ ਨਾ ਹੋਇਆ ਨਾ ਸਰ? ਇਸ ਤੇ ਰੋਸ਼ਨ ਜੀ ਸਰ ਗੁਜ਼ਾਰਿਸ਼ ਹੈ ਕਿ ਅਗਰ ਮਿਰਜ਼ਾ ਸਾਹਿਬ ਦਾ ਇਹ ਦਾਵਾ ਜਾਂ ਉਹ ਇਸ ਸਿਨੈਰੀਓ 'ਚ ਨਾ ਆਉਂਦੇ ਤੇ ਕਿੰਨਾ ਕ੍ਰਿਸਚਨ ਦੱਸਿਆ ਤੁਸੀਂ ਹੋ ਗਿਆ ਸੀ? 50 ਲੱਖ 50 ਲੱਖ ਹਾਂਜੀ ਉਸ ਤੋਂ ਬਾਅਦ ਜੀ 50 ਲੱਖ ਹੋ ਗਏ 1928 ਚ। 1928 ਸਹੀ ਫਰਮਾਇਆ ਤੁਸੀਂ ਜੀ, ਹਿੰਦੁਸਤਾਨ ਵਿੱਚ, ਬਿਲਕੁਲ ਹਿੰਦੁਸਤਾਨ ਹੈ, ਪਾਕੋ ਹਿੰਦ ਚ। ਅਗਰ ਉਹਨਾਂ ਨੇ ਦਾਵਾ ਨਾ ਕੀਤਾ ਹੁੰਦਾ ਜਾਂ ਉਹ ਨਾ ਇਸ ਚੀਜ਼ ਨੂੰ ਕ੍ਰਿਸਚੈਨਿਟੀ ਨੂੰ ਕਨਵਰਟ ਕਰਦੇ ਤੇ ਇਹ 5 ਕਰੋੜ ਹੋ ਜਾਣਾ ਸੀ ਉਸ ਵਕਤ ਤੱਕ। ਹਾਂਜੀ, ਇੰਨੀ ਤਾਂ ਵਾਦੀ ਨਹੀਂ ਸੀ। ਨਹੀਂ ਇਹਦੇ ਚ ਅਗਰ ਤੁਸੀਂ ਤਸਦੀਕ ਲੈਣੀ ਹੋਵੇ ਤੇ ਡਾਕਟਰ ਇਸਰਾਰ ਸਾਹਿਬ ਦੇ ਟੀਵੀ ਪ੍ਰੋਗਰਾਮ ਹੈਗੇ ਨੇ, ਔਰ ਜਵੇਦ ਇਕਬਾਲ ਸਾਹਿਬ, ਇਲਾਮਾ ਇਕਬਾਲ ਦੇ ਸਾਹਿਬਜ਼ਾਦੇ ਡਾਕਟਰ ਮਹਿਦੀ ਹਸਨ, ਉਹਨਾਂ ਦੀਆਂ ਸਟੇਟਮੈਂਟਾਂ ARY ਤੇ ਪ੍ਰੋਗਰਾਮ ਚੱਲਿਆ ਸੀ ਸ਼ਾਹਿਦ ਮਸੂਦ ਸਾਹਿਬ ਦਾ, ਉੱਥੋਂ ਤੁਸੀਂ ਦੇਖ ਲੈਣਾ ਕਿ ਕਿਸ ਤਰ੍ਹਾਂ ਮੁਸਲਮਾਨਾਂ ਦੇ ਝੁੰਡ ਜਿਹੜੇ ਨੇ ਕ੍ਰਿਸਚੈਨਿਟੀ 'ਚ ਜਾ ਰਹੇ ਸੀ। ਔਰ ਦਾਵਾ ਕੀ ਸੀ ਉਹਨਾਂ ਦਾ ਮਸੀਹਾਂ ਦਾ ਤਬਲੀਗ ਕਰਨ ਦਾ ਕਿ ਜਿਹੜਾ ਇਨਸਾਨ ਅੱਲਾਹ ਕੋਲ ਅਸਮਾਨ ਤੇ ਬੈਠਾ ਉਹ ਜ਼ਿਆਦਾ ਮੁਕਰਮ ਮੁਕੱਦਮ ਹੈ ਜਾਂ ਜਿਹੜਾ ਫੌਤ ਹੋ ਚੁੱਕਿਆ ਹੈ। ਇੱਕੋ ਹੀ ਗੱਲ ਹੁੰਦੀ ਸੀ। ਸਾਰੀ ਗੱਲ ਹਰ ਮੁਸਲਮਾਨ ਇਹ ਕਹਿੰਦਾ ਜੀ ਜਿਹੜਾ ਅੱਲਾਹ ਕੋਲ ਹੈ ਉਹਦੀ ਜ਼ਿਆਦਾ, ਤੇ ਉਹ ਕਹਿੰਦੇ ਸੀ ਫਿਰ ਸਾਡੇ ਨਬੀ ਤੇ ਅੱਲਾਹ ਤਾਲਾ ਦੇ ਕੋਲ ਬੈਠੇ ਨੇ ਜ਼ਿੰਦਾ ਸਲਾਮਤ, ਤੇ ਸਾਡੇ ਨਬੀ ਤੇ ਮੱਕਾ ਜੀ ਬਿਲਕੁਲ ਦੁਰਸਤ ਹੋ ਗਿਆ। ਹਾਂਜੀ, ਤੇ ਇਸੇ ਗੱਲ ਤੇ ਜਿਹੜਾ ਸੀ ਨਾ ਮੁਸਲਮਾਨ ਜਿਹੜਾ ਸੀ ਉਹ ਪਲਟਦਾ ਜਾਂਦਾ। ਮੈਂ ਸਰ ਮੈਂ ਇਜਾਜ਼ਤ ਚਾਹਨਾ, ਮੇਰੇ ਤੁਸੀਂ ਕਾਫੀ ਅੱਛੇ ਤਰੀਕੇ ਨਾਲ ਦੱਸਿਆ, ਮੈਂ ਬਹੁਤ ਮਮਨੂਨ ਹਾਂ, ਲੇਕਿਨ ਸਿਰਫ ਇਹ ਮੇਰੀ ਤਸੱਲੀ ਜ਼ਰੂਰ ਹੋਣੀ ਚਾਹੀਦੀ ਹੈ ਕਿ ਸਿਰਫ 2 ਬੰਦੇ ਮਿਰਜ਼ਾ ਸਾਹਿਬ ਨੇ ਈਸਾਈ ਤੋਂ ਮੁਸਲਮਾਨ ਕੀਤੇ ਨੇ। ਉਹ ਤੁਹਾਨੂੰ ਮੈਂ ਬੋਰਿਆਂ ਦੀ ਦੱਸ ਦਿੱਤੀ ਨਾ, ਕੁੰਜੀਆਂ ਮਿਲ ਗਈਆਂ। ਮੈਨੂੰ ਸ਼ਾਮ ਭਾਈ ਤੁਸੀਂ ਗੱਲ ਇੱਕ ਆਇਤ, ਤੁਸੀਂ ਇੰਨੀ ਆਇਤ ਦਾ ਰੈਫਰੈਂਸ ਦਿੱਤਾ लेकिन एक आयत पेश नहीं की। ठीक है सर, बात यह है कि मेन चीज होती है किसी चीज को तोड़ना। जो एक अकीदा चल रहा था ना उसका तोड़ पेश कर दिया उन्होंने। नहीं सर मैं कनाडा च होना, इन्नी तबलीग ते मैं भी करा, मैं भी 5 बंदे ते ईसाई तो मुसलमान कर ही लवांगा जी भाई। मैं नबी भी नहीं हाँ। मेरी बात सुने, वो सिर्फ आप ईसाई से मतलब गोरे ईसाई ना लें। अब हिंदुस्तान में भी कुछ लोग जो थे वो अहमदी मुसलमान हुए थे, वो हिंदुओं से भी हुए थे और जो हुए होंगे ईसाइयों से भी हुए होंगे, और मुसलमान जो थे सुन्नी शिया ये भी अहमदी मुसलमान बने हैं उस वक्त। तो ये जरूरी नहीं कि अब दो अशखास जो उस वक्त में थे। मैं बहुत ममनून हाँ सर, मैं इजाजत लेना, मैं यकीन करो फिर हाजिर होवांगा। सलाम भी नहीं की मेरे ना तुसी मुदस्सर साहब ਤੁਹਾਡਾ ਤੇ ਯਾਰ ਤੁਹਾਡੇ ਤੇ ਮੁਦੱਸਰ ਸਾਹਿਬ ਇਸ ਤਰ੍ਹਾਂ ਨਾ ਕਰੋ ਭਾਜੀ। ਸਲਾਮ ਤੇ ਮੁਦੱਸਰ ਜੱਟ ਸਾਹਿਬ ਕਰ ਲੈਣੀ ਚਾਹੀਦੀ ਸੀ, ਵੱਡੇ ਵੀਰ। ਮੁਦੱਸਰ ਜੱਟ ਸਾਹਿਬ ਤੁਸੀਂ ਤੁਹਾਨੂੰ ਬਹੁਤ ਤੁਸੀਂ ਵੱਡੇ ਵੀਰ ਸਲਾਮ ਤੁਸੀਂ ਕਰਦਾ ਬੰਦਾ ਅਸਲਾਮ ਅਲੈਕੁਮ ਅਰਜ਼ ਕਰਨਾ ਬਾਜੋ, ਤੁਸੀਂ ਜਰਾ ਲੈਵਲ ਹਾਈ ਹੈ ਨਾ, ਮੈਂ ਇਸ ਕਾਬਿਲ ਨਹੀਂ। ਬੰਦਾ ਘੱਟ ਤੋਂ ਘੱਟ ਦੁਆ ਸਲਾਮ ਤੇ ਲੈ ਲਵੇ। ਜੀ ਬਿਲਕੁਲ ਸਰ ਬਿਲकुल। ਨਹੀਂ ਭਾਜੀ ਮੈਂ ਨਹੀਂ ਇਸ ਕਾਬਿਲ, ਤੁਸੀਂ ਵੱਡੇ ਆ ਮੈਂ ਛੋਟਾ। ਠੀਕ ਹੋ ਗਿਆ ਸਰ। लेकिन शान भाई ਭਾਜੀ ਕੀ ਹਾਲ ਚਾਲ ਆ ਤੁਹਾਡਾ? ਠੀਕ ਹੈ ਸਰ ਠੀਕ ਹੈ। ਮੈਂ ਚਾਹਨਾ ਮੈਂ ਚੰਗੇ ਹਾਲਾਤ ਵਿੱਚ ਚਲਾ ਜਾਵਾਂ, ਕਿਸੇ ਮੁਦੱਸਰ ਸਾਹਿਬ ਨੂੰ ਗੁੱਸਾ ਨਾ ਆ ਜਾਏ ਮੇਰੇ ਤੇ। नहीं कोई गुस्सा नहीं कर रहा। नहीं मुदस्सर साहब बड़े प्यारे बंदे हैं, गुस्सा नहीं करते। ਸਾਰਿਆਂ ਨੂੰ ਪਤਾ ਹੈ ਮੁਦੱਸਰ ਭਾਈ ਜ਼ਰਾ ਥੋੜਾ ਜਿਹਾ ਗੁੱਸੇ ਤੇ ਆ ਜਾਂਦੇ, ਫਿਰ ਬ੍ਰੇਕ ਤੇ ਪੈਰ ਨਹੀਂ ਰੱਖਦੇ। ਨਹੀਂ ਸ਼ਾਨ ਭਾਈ ਮੁਦੱਸਰ ਸਾਹਿਬ ਨਹੀਂ ਭਾਜੀ ਮੈਂ ਗੁੱਸਾ ਨਹੀਂ। ਸ਼ਾਨ ਭਾਈ ਮੇਰੇ ਭਰਾ ਵਾ, ਵੱਡੇ ਵੀਰ ਆ। ਖੜ ਜਾ ਇੱਕ ਮਿੰਟ। ਉਹ ਜਿਹੜਾ ਤੁਹਾਡੇ ਤੇ ਨੇ ਪਸਮੰਜ਼ਰ ਹੈ ਨਾ, ਉਹ ਉਹਨਾਂ ਦੀ ਆਪਣੀ ਟੱਕਰ ਦਾ ਬੰਦਾ ਹੋਵੇ ਤੇ ਉਹ ਲੈਵਲ ਵੇਖ ਕੇ ਉਹਦੇ ਨਾਲ ਉਹ ਆਪਣਾ ਹਿਸਾਬ ਕਿਤਾਬ ਰੱਖਦੇ ਨੇ। ਹਰ ਬੰਦੇ ਨਾ ਅਸੀਂ ਤੁਸੀਂ ਮੈਂ ਕੀਰੇ ਬੰਦੇ ਸਾਡੇ ਨਾਲ ਉਂਝ ਹੀ ਉਹ ਬਜ਼ੁਰਗੀ ਚ ਫਕੀਰੀ ਚ ਰਹਿੰਦੇ ਨੇ। ਫੇਵਰਟ ਸਾਹਿਬ ਲਵ ਯੂ ਹੋ ਗਿਆ ਸਰ, ਲਵ ਯੂ ਹੋ ਗਿਆ। ਥੈਂਕ ਯੂ ਸਰ, ਥੈਂਕ ਯੂ। ਥੈਂਕ ਯੂ ਮੈਨੂੰ ਇਜਾਜ਼ਤ ਸਰ, ਬਹੁਤ ਸ਼ੁਕਰੀਆ।